ਤੇ ਸਾਲੀ ਦੀ ਡੈਥ ਹੋ ਗਈ ਸੀ 8 ਅਪ੍ਰੈਲ 2012 ਨੂੰ। ਲੜਕਾ ਜਿਹੜਾ ਸੀਗਾ ਮਿਲਟਰੀ 'ਚ ਜੌਬ ਕਰਦਾ ਸੀ ਤੇ ਭੋਗ ਵਾਲੇ ਦਿਨ ਜਿਹੜੀ ਉਹਦੀ ਘਰ ਵਾਲੀ ਸੀਗੀ ਉਹ ਵੀ ਛੱਡ ਕੇ ਚਲੀ ਗਈ। ਇੱਕ ਬੱਚੀ ਸੀਗੀ ਛੋਟੀ ਜਿਹੀ 8-9 ਮਹੀਨੇ ਦੀ ਇਹਨਾਂ ਕੋਲੇ। ਤੇ ਕੁਝ ਦਿਨ ਬਾਅਦ ਤਲਾਕ ਹੋ ਗਿਆ ਜੀ। ਉਹ ਲੜਕੀ ਨੇ ਵੀ ਬੱਚੀ ਨੂੰ ਰੱਖਿਆ ਤੇ ਕਹਿੰਦੇ ਵੀ ਅਸੀਂ ਤਾਂ ਪਾਲਣ ਪੋਸ਼ਣ ਕਰ ਨਹੀਂ ਸਕਦੇ, ਸਾਡੇ ਘਰੇ ਤਾਂ ਹੁਣ ਕੋਈ ਰਿਹਾ ਨਹੀਂ ਹੈਗਾ। ਤੇ ਫਿਰ ਅਸੀਂ ਸਾਰੇ ਰਿਸ਼ਤੇਦਾਰਾਂ ਦੇ ਸਾਹਮਣੇ ਉਹਦੇ ਵਿੱਚ ਪੰਚਾਇਤ ਦੇ ਵਿੱਚ ਜੋ ਵੀ ਹੋਇਆ ਅਸੀਂ ਕਿਹਾ ਸਾਨੂੰ ਬੱਚੀ ਦੇ ਦਿਓ, ਅਸੀਂ ਬੱਚੀ ਨੂੰ ਪਾਲਾਂਗੇ, ਪੋਸਾਂਗੇ, ਪੜ੍ਹਾਵਾਂਗੇ, ਲਿਖਾਵਾਂਗੇ, ਵੀ ਅਸੀਂ ਆਪਣੀ ਬੇਟੀ ਬਣਾ ਕੇ ਇਹਨੂੰ ਰੱਖਾਂਗੇ। ਤੇ ਉਸ ਤੋਂ ਬਾਅਦ ਅਸੀਂ ਲੈ ਆਏ। 9 ਮਹੀਨੇ ਦੀ ਬੱਚੀ ਸੀਗੀ, ਪੜ੍ਹਾਉਂਦੇ ਲਿਖਾਉਂਦੇ ਰਹੇ। ਉਸ ਤੋਂ ਬਾਅਦ ਇਹਨਾਂ ਦਾ ਪਤਾ ਨਹੀਂ ਭੋਗ ਨੂੰ ਕੀ ਹੋਇਆ, ਉਹ ਬਹੂ ਭੋਗ ਨੂੰ ਭੱਜ ਗਈ ਸੀ ਭੋਗ ਵਾਲੇ ਦਿਨ। ਬਸ ਉਸ ਤੋਂ ਬਾਅਦ ਇਹਨਾਂ ਦਾ ਪਤਾ ਨਹੀਂ ਸਾਨੂੰ, ਇਹਨਾਂ ਦੇ ਘਰ 'ਚ ਕੀ ਹੋ ਰਿਹਾ ਸੀ ਕੀ ਨਹੀਂ, ਸਾਨੂੰ ਉਸ ਬਾਰੇ ਕੋਈ ਉਹ ਨਹੀਂ ਸੀਗਾ। ਸਾਨੂੰ ਤਾਂ ਕੁੱਟਮਾਰ ਕਰ ਰਹੇ ਆ। ਮੈਨੇ ਕਿਹਾ ਬੱਚੇ ਮੈਂ ਵੀ ਨਹੀਂ ਸੌਂਦੀ ਸੀ, ਮੈਨੂੰ ਲੱਗਦਾ ਵੀ ਜਿਵੇਂ ਮੈਂ ਤੜਪ ਰਹੀ ਹਾਂ ਮੇਰੀ ਬੱਚੀ ਵੀ ਇਸ ਤਰ੍ਹਾਂ ਹੀ ਤੜਪ ਰਹੀ ਹੋਣੀ, ਜ਼ਰੂਰ ਤੜਪ ਰਹੀ ਹੋਣੀ। ਇਹ ਮੇਰੇ ਕੋਲ ਜਾ ਕੇ ਘੰਟਾ 2 ਘੰਟੇ ਬੈਠੇ ਰਹੇ। ਮੈਨੂੰ ਫੋਨ ਵੀ ਕੀਤਾ ਵੀ ਜੇ ਬੱਚੀ ਬਾਹਰ ਨਿਕਲੇਗੀ ਖੇਡਦੀ ਤਾਂ ਮੈਨੂੰ ਦੱਸਦੀ ਵੀ ਮੈਂ ਉਹਨੂੰ ਦੂਰੋਂ ਵੇਖ ਜਾਵਾਂਗੀ। ਸਾਨੂੰ ਸਹੀ ਨਹੀਂ ਲੱਗਦਾ ਇਹ ਕੋਰਟ ਦਾ ਫੈਸਲਾ, ਨਹੀਂ ਸਾਨੂੰ ਇਹ ਬਹੁਤ ਗਲਤ ਲੱਗਦਾ ਵੀ ਉਸ ਬੱਚੀ ਨਾਲ ਨਾ ਧੋਖਾ ਹੋਇਆ। ਸਾਗਲੇ ਨਹੀਂ ਦਿਖਣ ਦਿੱਤੇ ਜੀ, ਅੰਦਰੇ ਤਾਰੀ ਆ ਗੱਡੀ ਬਾੜ ਕੇ, ਕੋਠੀ ਦੇ ਅੰਦਰੇ ਤਾਰੀ ਆ, ਬਾਹਰ ਨਹੀਂ ਨਿਕਲਣ ਦਈ ਉਹਨਾਂ ਨੇ। 1-2 ਵਾਰੀ ਬੱਚਿਆਂ ਨਾਲ ਨਿਕਲੀ ਹੋਣੀ, ਸਾਨੂੰ ਨਹੀਂ ਨਜ਼ਰ ਆਈ, ਪਰ ਉਹਨਾਂ ਨੇ ਅੰਦਰ ਤੋਂ ਬਾਹਰ ਨਹੀਂ ਨਿਕਲਣ ਕੋਸ਼ਿਸ਼। ਇਹਨਾਂ ਬੰਦਿਆਂ ਨੇ ਇੰਨਾ ਸੇਵਾ ਕਰੀ, ਛੋਟੇ ਹੁੰਦੇ ਤੇ ਪਾਲੀ ਜੀ। ਅਸੀਂ ਤਾਂ ਕਹਿੰਦੇ ਬੱਚੀ ਇੱਥੇ ਹੀ ਰਹਿੰਦੀ ਜੀ, ਇਹ ਕਹਿੰਦੇ ਵੀ ਅਸੀਂ ਆਪੀ ਵਿਆਹ ਹੁੰਦਾ ਜੀ। ਅੱਛਾ ਬੱਚੀ ਰਹਿ ਕੇ ਵੀ ਇੱਥੇ ਖੁਸ਼ੀ ਸੀਗੀ ਜੀ, ਇੱਥੇ ਹੀ ਬੱਚੀ ਹਰ ਟਾਈਮ ਖੇਡਦੀ ਰਹੀ ਸੀ ਉਹ ਜੀ। ਕੋਈ ਹੁਣ ਚੱਕ ਚਕਾਈਆਂ 'ਚ ਆ ਗਿਆ, ਉਹ ਪਹਿਲਾਂ ਤਾਂ ਸਹਿਮਤ ਸੀਗਾ ਇਹਨਾਂ ਨਾਲ। ਹੁਣ ਇਹਨੇ 8-9 ਸਾਲ ਇਹਨਾਂ ਨੇ ਸੇਵਾ ਕਰੀ, ਪੜ੍ਹਾ ਰਹੇ ਆ, ਲਿਖਾ ਰਹੇ ਆ। ਹੁਣ ਉਹ ਕਿਸੇ ਦੇ ਆਈਆਂ ਤੇ ਆ ਕੇ ਜੀ ਹੁਣ ਉਹ ਮਨ ਬਦਲ ਗਿਆ ਉਹਦਾ। ਅਸੀਂ ਤਾਂ ਇਹੀ ਕਹਾਂ ਵੀ ਜਿਸ ਤਰ੍ਹਾਂ ਇਹਨਾਂ ਨੇ ਪੜ੍ਹਾਈ ਲਿਖਾਈ ਆ, ਬੱਚੀ ਇਹਨਾਂ ਨੂੰ ਮਿਲਣੀ ਚਾਹੀਦੀ ਆ। ਸਾਡਾ ਸਾਰਾ ਪਿੰਡ ਇਹਨਾਂ ਦੇ ਨਾਲ ਗਵਾਹੀ ਦੇਣ ਨੂੰ ਤਿਆਰ ਆ। ਇੱਥੇ ਸਾਨੂੰ ਪੂਰੀ ਖੁਸ਼ ਲੱਗ ਰਹੀ ਹੈ ਬੱਚੀ ਆਪਦੇ ਘਰੇ, ਤਾਂ ਆਪਦੇ ਘਰੇ ਹੱਸਦੀ ਖੇਡਦੀ ਵਧੀਆ, ਖੁਸ਼ ਬਹੁਤ ਆ। ਇਹ ਤੜਫਦੇ ਸੀ ਸਾਡੀ ਬੱਚੀ ਮਿਲਣੀ ਚਾਹੀਦੀ ਹੈ। ਹਾਂ ਤੇ ਉਹ ਜੋਰਾ ਜਬਰੀ ਕਰਦੇ ਸੀ ਨਾ ਵੀ ਜਾਣ ਵਾਸਤੇ, ਲੈ ਕੇ ਵੀ ਗਏ। ਚਲੋ ਅਦਾਲਤ ਨੇ ਵਧੀਆ ਸੁਣੀ ਬੱਚੇ ਦੀ। ਉਹ ਜਿੱਦਣ ਇੱਥੇ ਲੈ ਕੇ ਆਏ ਕੁੜੀ ਬੜੀ ਖੁਸ਼, ਪਰ ਅਸੀਂ ਸੋਚੀਏ ਵੀ ਜਿਹੜੀ ਵੀਡੀਓ ਸੀ ਉਹ ਕਿਸ ਤਰ੍ਹਾਂ ਦੀ ਸੀ। 3 ਵਾਰੀ ਆ ਕੇ ਮੇਰੀ ਗੋਦੀ 'ਚ ਬੈਠੀ, ਮੰਮੀ ਮੈਂ ਨਹੀਂ ਜਾਣਾ, ਮੈਂ ਨਹੀਂ ਜਾਣਾ ਇਹਨਾਂ ਦੇ ਨਾਲ। ਕਹਿੰਦੀ ਕੁੜੀ ਕਹਿੰਦੀ, ਮੈਂ ਕਿਹਾ ਪੁੱਤ ਚਲੀ ਜਾ, ਚੱਲ ਕੋਈ ਨਹੀਂ। ਕਹਿੰਦੀ ਨਾ ਲੋਕਡਾਊਨ ਹੋਇਆ ਵਾ, ਤੂੰ ਮੁੜ ਕੇ ਮੈਂ ਆਣਾ ਨਹੀਂ ਉਰੇ। ਨਾ ਨਾ ਇਹ ਤਾਂ ਨਾ ਬੱਚੀ ਕਹਿੰਦੀ 6-7 ਮਹੀਨੇ ਪਹਿਲਾਂ ਕਹਿੰਦੇ ਮੇਰੇ ਉੱਧਰ ਮਤਲਬ ਕਿ ਭਾਈ ਦੇ ਸਹੁਰਿਆਂ ਦੇ ਘਰ ਕਹਿੰਦੇ ਡੈਡੀ ਨੂੰ ਸਿਖਾ ਰਿਹਾ ਸੀ ਭਾਈ ਦਾ ਸਹੁਰਾ, ਤੁਸੀਂ ਆਪਣੀ ਬੱਚੀ ਨੂੰ ਲੈ ਕੇ ਜਾਓ, ਉਸ ਤੋਂ ਬਦਲਾ ਪੂਰਾ ਕਰੋ। ਸਤਿ ਸ਼੍ਰੀ ਅਕਾਲ ਜੀ, ਹਮਦਰਦ ਟੀਵੀ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ। ਦਰਸ਼ਕੋ ਮੈਂ ਹਾਂ ਕੁਲਦੀਪ ਘੋਲੀਆ। ਦਰਸ਼ਕੋ ਪਿਛਲੇ ਦਿਨੀ ਇੱਕ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਨਾਲ ਵੀਡੀਓ ਵਾਇਰਲ ਹੁੰਦੀ ਹੈ। ਉਸ ਵੀਡੀਓ ਵਿੱਚ ਕੀ ਦਿਖਾਇਆ ਜਾਂਦਾ ਹੈ ਕਿ ਇੱਕ 9 ਸਾਲ ਦੀ ਬੱਚੀ ਨੂੰ ਉਸ ਦਾ ਅਸਲੀ ਬਾਪ ਜਲਾਲਪੁਰ ਪਿੰਡ ਤੋਂ ਲੈ ਕੇ ਜਾਂਦਾ ਹੈ। ਅਸੀਂ ਅੱਜ ਉਸੇ ਜਲਾਲਪੁਰ ਪਿੰਡ 'ਚ ਪਹੁੰਚੇ ਹਾਂ ਜੋ ਕਿ ਪਟਿਆਲਾ ਜ਼ਿਲ੍ਹੇ ਦਾ ਪਿੰਡ ਹੈ,
ਜਿਸ ਮਾਂ-ਬਾਪ ਨੇ ਉਸ ਬੱਚੀ ਦੀ ਦੇਖ-ਰੇਖ ਕੀਤੀ, ਪਾਲਣ ਪੋਸ਼ਣ ਕੀਤਾ, ਉਹ ਮਾਂ-ਬਾਪ ਸਾਡੇ ਨਾਲ ਆ। ਬੱਚੀ ਰੋਂਦੀ ਦਿਖਾਈ ਦਿੰਦੀ ਹੈ। ਪਹਿਲਾਂ ਤੁਹਾਨੂੰ ਉਹ ਵੀਡੀਓ ਦਿਖਾਉਂਦੇ ਆ, ਤੁਸੀਂ ਉਹ ਵੀਡੀਓ ਦੇਖੋ। ਵੀਡੀਓ ਦੇ ਵਿੱਚ ਬੱਚੀ ਕਿਸ ਤਰ੍ਹਾਂ ਰੋ ਕਰਲਾ ਰਹੀ ਹੈ। ਬੱਚੀ ਇੱਥੋਂ ਜਾਣ ਨੂੰ ਤਿਆਰ ਨਹੀਂ। ਪਟਿਆਲੇ ਗਾੜੀ ਦੇ ਪਟਿਆਲੇ ਦਾ ਆਪਾਂ ਕਹਿ ਕੇ ਨਹੀਂ ਮੈਂ ਇੱਥੋਂ ਚੰਗਾ ਦਾ ਮੈਨੂੰ ਮਾਰ ਤਾਂ ਦਰਸ਼ਕੋ, ਉਹ ਵੀਡੀਓ ਤੁਸੀਂ ਦੇਖੀ ਹੈ ਜੋ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀ ਹੈ। ਉਸ ਬੱਚੀ ਦੀ ਪਰਵਰਿਸ਼ ਕਰਨ ਵਾਲੇ, ਉਸ ਬੱਚੀ ਦੀ ਦੇਖ-ਰੇਖ ਕਰਨ ਵਾਲੇ, ਸਾਂਭ ਸੰਭਾਲ ਕਰਨ ਵਾਲੇ ਮਾਪੇ ਸਾਡੇ ਨਾਲ ਹੈ। ਸਾਡੇ ਨਾਲ ਰਾਜ ਕੌਰ ਜੀ ਤੇ ਮਨੋਹਰ ਲਾਲ ਜੀ ਹੈ, ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਆਖਰ ਮਾਮਲਾ ਕੀ ਸੀ ਜੀ? 9 ਮੰਥ ਦੀ ਬੱਚੀ ਤੁਸੀਂ ਲੈ ਕੇ ਆਏ ਹੋ, 9 ਸਾਲ ਬਾਅਦ ਅਦਾਲਤ ਦਾ ਐਸਾ ਕੀ ਫੈਸਲਾ ਆ ਜਾਂਦਾ ਹੈ? ਬੱਚੀ ਨੂੰ ਇੱਥੋਂ ਲੈ ਕੇ ਜਾਂਦੇ, ਬੱਚੀ ਜਾਣ ਨੂੰ ਤਿਆਰ ਨਹੀਂ, ਮਾਮਲਾ ਕੀ ਸੀਗਾ ਜੀ? ਇਹਨਾਂ ਤੋਂ ਪੁੱਛੋ ਇਹ ਜੀ ਮੇਰੇ ਸਾਡੂ ਦੀ ਪੋਤੀ ਸੀਗੀ ਜੀ ਤੇ ਸਾਲੀ ਦੀ ਡੈਥ ਹੋ ਗਈ ਸੀ 8 ਅਪ੍ਰੈਲ 2012 ਨੂੰ ਜੀ ਲੜਕਾ ਜਿਹੜਾ ਸੀਗਾ ਮਿਲਟਰੀ 'ਚ ਜੌਬ ਕਰਦਾ ਸੀ ਤੇ ਭੋਗ ਵਾਲੇ ਦਿਨ ਜਿਹੜੀ ਉਹਦੀ ਘਰ ਵਾਲੀ ਸੀਗੀ ਉਹ ਵੀ ਛੱਡ ਕੇ ਚਲੀ ਗਈ। ਇੱਕ ਬੱਚੀ ਸੀਗੀ ਛੋਟੀ ਜਿਹੀ 8-9 ਮਹੀਨੇ ਦੀ ਇਹਨਾਂ ਕੋਲੇ, ਤੇ ਕੁਝ ਦਿਨ ਬਾਅਦ ਤਲਾਕ ਹੋ ਗਿਆ ਜੀ। ਉਹ ਲੜਕੀ ਨੇ ਵੀ ਬੱਚੀ ਨੂੰ ਰੱਖਿਆ ਤੇ ਕਹਿੰਦੇ ਵੀ ਅਸੀਂ ਤਾਂ ਪਾਲਣ ਪੋਸ਼ਣ ਕਰ ਨਹੀਂ ਸਕਦੇ, ਸਾਡੇ ਘਰੇ ਤਾਂ ਹੁਣ ਕੋਈ ਰਿਹਾ ਨਹੀਂ ਹੈਗਾ। ਤੇ ਫਿਰ ਅਸੀਂ ਸਾਰੇ ਰਿਸ਼ਤੇਦਾਰਾਂ ਦੇ ਸਾਹਮਣੇ ਉਹਦੇ ਵਿੱਚ ਪੰਚਾਇਤ ਦੇ ਵਿੱਚ ਜੋ ਵੀ ਹੋਇਆ ਅਸੀਂ ਕਿਹਾ ਸਾਨੂੰ ਬੱਚੀ ਦੇ ਦਿਓ, ਅਸੀਂ ਬੱਚੀ ਨੂੰ ਪਾਲਾਂਗੇ, ਪੋਸਾਂਗੇ, ਪੜ੍ਹਾਵਾਂਗੇ, ਲਿਖਾਵਾਂਗੇ, ਵੀ ਅਸੀਂ ਆਪਣੀ ਬੇਟੀ ਬਣਾ ਕੇ ਇਹਨੂੰ ਰੱਖਾਂਗੇ। ਤੇ ਉਸ ਤੋਂ ਬਾਅਦ ਅਸੀਂ ਲੈ ਆਏ। 9 ਮਹੀਨੇ ਦੀ ਬੱਚੀ ਸੀਗੀ, ਪੜ੍ਹਾਉਂਦੇ ਲਿਖਾਉਂਦੇ ਰਹੇ, ਜੋ ਵੀ ਪਾਲਣ ਪੋਸ਼ਣ ਕਰਿਆ। ਤੇ ਜਦੋਂ ਆਈ ਬਹੁਤ ਬਿਮਾਰ ਸੀਗੀ ਜੀ, 4-4.5 ਗ੍ਰਾਮ ਖੂਨ ਸੀਗਾ, ਇਨਫੈਕਸ਼ਨ ਹੋਈ ਸੀ ਉਹਨੂੰ, ਸਾਰਾ 1.5 ਮਹੀਨਾ ਦਵਾਈਆਂ। ਉਸ ਤੋਂ ਬਾਅਦ ਠੀਕ ਹੋ ਗਈ। ਫਿਰ ਉਹਦੇ ਟੀਕੇ, ਜੋ ਪਿਛਲੇ ਟੀਕੇ ਵੀ ਨਹੀਂ ਲੱਗੇ ਹੋਏ ਸੀ ਜਿਹੜੇ 9 ਮਹੀਨੇ ਪਹਿਲਾਂ ਲੱਗਣੇ ਸੀ, ਉਹ ਵੀ ਟੀਕੇ ਅਸੀਂ ਇੱਥੇ ਲਵਾਏ ਸਾਰੇ। ਤੇ ਚਲੋ ਵੱਡੀ ਹੋਈ, ਅਸੀਂ ਪੜ੍ਹਾਉਂਦੇ ਰਹੇ, ਲਿਖਾਉਂਦੇ ਰਹੇ, ਬੜੇ ਆਪਣੀ ਬੇਟੀ ਆਪਣੇ ਬੱਚਿਆਂ ਤੋਂ ਵੱਧ ਕੇ ਪਾਲਿਆ ਉਹਨੂੰ, ਬੱਚੀ ਨੂੰ। ਪਾਲਣ ਪੋਸ਼ਣ ਤੋਂ ਬਾਅਦ ਵੱਡੀ ਹੁੰਦੀ ਰਹੀ, ਅਸੀਂ ਸਕੂਲ ਲਾਤਾ ਉਹਨੂੰ। ਪਹਿਲਾਂ ਛੋਟੇ ਸਕੂਲ ਲਾਇਆ, ਫਿਰ ਲੇਡੀ ਫਾਤਮਾ ਦੀ ਬ੍ਰਾਂਚ ਆ ਉਹਦੇ 'ਚ ਲਾਇਆ, ਪ੍ਰੀ ਨਰਸਰੀ ਦੇ ਵਿੱਚ। ਹੁਣ 3rd ਕਲਾਸ ਵਿੱਚ ਪੜ੍ਹ ਰਹੀ ਸੀ ਜੀ। ਮਤਲਬ ਕਿ ਸਾਡੀ ਤਾਂ ਜਾਨ ਤੋਂ ਵੀ ਪਿਆਰੀ ਬੱਚੀ ਸੀਗੀ। ਤੇ ਹੁਣ ਉਹ ਸਾਡੇ ਤੋਂ ਮਤਲਬ ਕਿ ਕੋਰਟ ਰਾਹੀਂ ਕੇਸ ਕਰਕੇ ਉਹਨੂੰ ਵਾਪਸ ਲੈ ਗਏ ਜੀ। ਤੇ ਬੱਚੀ ਦਾ ਨਾਮ ਅਮਨੀਤ ਕੌਰ ਤੁਸੀਂ ਰੱਖਿਆ ਸੀ ਜਾਂ ਫਿਰ ਜਿਹੜਾ ਉਹਦਾ ਫੌਜੀ ਬਾਪ ਉਹਨੇ ਰੱਖਿਆ ਸੀਗਾ? ਬੂਆ ਨੇ, ਮੇਰੀ ਲੜਕੀ ਨੇ ਰੱਖਿਆ ਸੀ, ਉਹਦੀ ਬੂਆ ਨੇ ਜੀ। ਹਾਂਜੀ। ਤੁਸੀਂ ਇੱਥੇ ਨਾਮ ਰੱਖਿਆ ਸੀ ਲਿਆ ਕੇ? ਤੇ ਰੱਖਿਆ ਤਾਂ ਉੱਥੇ ਹੀ ਸੀ ਜੀ, ਪਹਿਲਾਂ ਹੀ ਰੱਖਿਆ ਸੀ ਉੱਥੇ ਹੀ। ਪਰ ਰੱਖਿਆ ਮੇਰੀ ਗੁੜੀਆ ਨਹੀਂ ਸੀ, ਮੇਰੀ ਕੁੜੀ ਨੇ ਜੀ। ਬੱਚੀ ਦੀ ਮਾਂ ਦਾ ਜਾਣ ਦਾ ਕਾਰਨ ਕੀ ਸੀਗਾ ਜੀ? ਹੁਣ ਸਾਨੂੰ ਤਾਂ ਪਤਾ ਨਹੀਂ ਜੀ। ਇਹਦੀ ਮਾਂ ਦਾ ਮਤਲਬ ਕਿ ਉਹ ਮੇਰੀ ਭੈਣ ਤਾਂ ਮਰ ਗਈ ਸੀ। ਉਸ ਤੋਂ ਬਾਅਦ ਇਹਨਾਂ ਦਾ ਪਤਾ ਨਹੀਂ ਭੋਗ ਨੂੰ ਕੀ ਹੋਇਆ, ਉਹ ਬਹੂ ਭੋਗ ਨੂੰ ਭੱਜ ਗਈ ਸੀ ਭੋਗ ਵਾਲੇ ਦਿਨ। ਬਸ ਉਸ ਤੋਂ ਬਾਅਦ ਇਹਨਾਂ ਦਾ ਪਤਾ ਨਹੀਂ ਸਾਨੂੰ, ਇਹਨਾਂ ਦੇ ਘਰ 'ਚ ਕੀ ਹੋ ਰਿਹਾ ਸੀ ਕੀ ਨਹੀਂ, ਸਾਨੂੰ ਉਸ ਬਾਰੇ ਕੋਈ ਉਹ ਨਹੀਂ ਸੀਗਾ ਵੀ ਕੀ ਹੋਇਆ ਕੀ ਨਹੀਂ। ਉਹ ਤਲਾਕ ਦੇ ਕੇ ਬਸ ਚਲੀ ਗਈ, ਸਾਨੂੰ ਨਹੀਂ ਪਤਾ ਇਹਨਾਂ ਦਾ ਕੀ ਸੀ। ਉਹ ਤਾਂ ਇਹੀ ਕਹਿ ਰਹੀ ਸੀ ਵੀ ਮੈਂ ਇੱਥੇ ਸੇਫ ਨਹੀਂ ਹੈਗੀ ਇਸ ਘਰ 'ਚ, ਮੈਂ ਤਾਂ ਜਾ ਰਹੀ ਹਾਂ। ਜਦੋਂ ਤੁਹਾਡੀ ਭੈਣ ਦੀ ਡੈਥ ਹੁੰਦੀ ਹੈ ਉਸ ਤੋਂ ਬਾਅਦ ਭੈਣ ਦੀ ਨੂੰਹ ਇਸ ਬੱਚੀ ਦੀ ਮਾਂ ਛੱਡ ਕੇ ਚਲੀ ਗਈ? ਹਾਂਜੀ। ਹਾਂ, ਪਹਿਲਾਂ ਤਾਂ ਇਹਨਾਂ ਦਾ ਬਹੁਤ ਚੰਗਾ ਸੀ, ਮਤਲਬ ਕਿ ਦੋਨੋਂ ਸੱਸ ਨੂੰਹਾਂ ਬਹੁਤ ਪਿਆਰ ਨਾਲ ਰਹਿੰਦੀਆਂ ਸੀ ਮੇਰੀ ਭੈਣ। ਹੁਣ ਸਾਨੂੰ ਕੀ ਪਤਾ ਕੀ ਹੋਇਆ ਕੀ ਨਹੀਂ। ਬਾਅਦ 'ਚ ਉਹ ਭੋਗ ਤੋਂ ਬਾਅਦ ਹੀ, ਭੋਗ ਵਾਲੇ ਦਿਨ ਹੀ ਭੱਜ ਗਈ, ਕਹਿੰਦੀ ਮੈਂ ਨਹੀਂ ਇੱਥੇ ਰਹਿਣਾ ਹੈਗਾ ਜੀ। ਇਹ ਜਿਹੜਾ ਫੌਜੀ ਆ ਭਾਂਜਾ ਤੁਹਾਡਾ, ਉਹਦਾ ਨਾਮ ਕੀ ਹੈ ਜੀ? ਗੁਰਪ੍ਰੀਤ ਗੋਪੀ। ਗੁਰਪ੍ਰੀਤ ਗੋਪੀ। ਇਹ ਆਰਮੀ 'ਚ, ਭਾਰਤੀ ਫੌਜ 'ਚ? ਹਾਂਜੀ। ਹਾਂ। ਇਹ ਪਹਿਲਾਂ ਤੁਹਾਡੇ ਕੋਲੇ ਆਉਂਦਾ ਜਾਂਦਾ ਰਿਹਾ? 9 ਸਾਲ ਦਾ ਵਕਫਾ ਬਹੁਤ ਹੁੰਦਾ ਜੀ, 9 ਮਹੀਨੇ ਤੁਸੀਂ ਬੱਚੀ ਲੈ ਕੇ ਆਏ ਆ। 9 ਸਾਲਾਂ ਦੇ ਸਮੇਂ ਦਰਮਿਆਨ ਤੁਹਾਡੇ ਕੋਲੇ ਆਉਂਦਾ ਜਾਂਦਾ ਰਿਹਾ? ਹਾਂਜੀ। ਹਾਂ, ਬਹੁਤ ਆਉਂਦਾ ਜਾਂਦਾ। ਬੱਚਿਆਂ ਵੀ ਮੈਨੂੰ ਆਪਣੀ ਕਹਿੰਦਾ ਸੀ ਮਾਸੀ ਨਹੀਂ, ਮੇਰੀ ਮਾਂ, ਇਹ ਮੇਰੀ ਮਾਂ, ਹਰ ਇੱਕ ਨੂੰ ਕਹਿੰਦਾ ਸੀ ਮਾਂ। ਫਿਰ ਮਾਂ ਬਣ ਕੇ ਹੀ ਮੈਨੇ ਉਹਦਾ ਫਰਜ਼ ਪੂਰਾ ਕਰਿਆ। ਮੈਂ ਕਦੇ ਉਹਨੂੰ ਫੌਜ 'ਚ ਜਾਂਦੇ ਨੂੰ ਕਦੇ ਪੰਜੀਰੀਆਂ ਬਣਾ ਕੇ ਦਿੰਦੀ, ਕਦੇ ਕੁਛ ਮਤਲਬ ਕਿ ਜਿਵੇਂ ਉਹਦੀ ਮਾਂ। ਮੈਂ ਕਿਹਾ ਉਹਨੂੰ ਆਪਣੀ ਮਾਂ ਨਾ ਮਹਿਸੂਸ ਹੋਵੇ ਵੀ ਮੇਰੀ ਮਾਂ ਨਹੀਂ ਹੈਗੀ, ਵੀ ਮੇਰੀ ਮਾਂ ਇੰਨਾ ਕੁਝ ਦਿੰਦੀ ਸੀ। ਬਸ ਇਸ ਕਰਕੇ ਮੈਂ ਉਹਨੂੰ ਇੰਨਾ ਉਹ ਕਰਿਆ ਸੀ ਫੌਜੀ ਨੂੰ, ਮਤਲਬ ਕਿ ਆਪਣੇ ਬੱਚਿਆਂ ਤੋਂ ਵੀ ਵੱਧ। ਬਿਲਕੁਲ ਤੁਹਾਡਾ ਫਰਜ਼ ਵੀ ਬਣਦਾ ਸੀ, ਕਿਉਂਕਿ ਤੁਹਾਡਾ ਭੈਣ ਦਾ ਬੱਚਾ ਸੀ, ਤੁਹਾਡਾ ਭਾਂਜਾ ਸੀ, ਤੁਸੀਂ ਮਾਂ ਦਾ ਦਰਜਾ ਦਿੱਤਾ, ਬਹੁਤ ਵਧੀਆ ਗੱਲ ਆ। ਪਰ ਉਸ ਦਿਨ ਜਦੋਂ ਤੁਹਾਡੀ ਭੈਣ ਦਾ ਭੋਗ ਸੀ, ਉਸੇ ਦਿਨ ਹੀ ਜਿਹੜੀ ਤੁਹਾਡੀ ਭਾਂਜ ਨੂੰ ਸੀ ਛੱਡ ਕੇ ਚਲੀ ਗਈ? ਹਾਂਜੀ। ਹਾਂ, ਉਸੇ ਦਿਨ ਛੱਡ ਕੇ ਸ਼ਾਮ ਨੂੰ ਭੱਜ ਗਈ ਸੀ ਉਹ ਜੀ। ਹਾਂਜੀ। ਤੇ ਉਸ ਦਿਨ ਉਹ ਬੱਚੀ ਨੂੰ ਲਿਜਾਣਾ ਨਹੀਂ ਚਾਹਿਆ ਕਿ ਮੈਂ ਨਾਲ ਲੈ ਕੇ ਜਾਣਾ? ਉੱਥੇ ਤਾਂ ਨਾਲ ਲੈ ਗਈ ਸੀ ਜੀ। 20 ਦਿਨਾਂ ਬਾਅਦ 15-20 ਦਿਨਾਂ ਬਾਅਦ ਪੰਚਾਇਤ 'ਚ ਕਹਿੰਦੀ ਵੀ ਮੈਂ ਰੱਖਣਾ ਨਹੀਂ ਚਾਹੁੰਦੀ ਬੱਚੇ ਨੂੰ। ਬਸ ਉੱਥੇ 15-20 ਦਿਨਾਂ ਬਾਅਦ ਪੰਚਾਇਤ ਦਾ ਫੈਸਲਾ ਹੋਇਆ ਤੇ ਉੱਥੇ ਕਹਿੰਦੀ ਮੈਂ ਨਹੀਂ ਰੱਖਣਾ ਚਾਹੁੰਦੀ ਇਹਨੂੰ, ਬੱਚੇ ਨੂੰ। ਜੀ।
ਜਿਹੜਾ ਤੁਹਾਡੇ ਨਾਲ ਫੈਸਲਾ ਹੋਇਆ, ਤੁਹਾਡੇ ਨਾਲ ਕੰਪਰੋਮਾਈਜ਼ ਸਮਝੌਤਾ ਹੋਇਆ ਬੱਚੀ ਦੇਣ ਦਾ, ਉਹ ਫਿਰ ਕਿੱਥੇ ਹੋਇਆ? ਇਹ ਫੌਜੀ ਭਾਂਜਾ ਜਿਹੜਾ ਗੁਰਪ੍ਰੀਤ ਗੋਪੀ ਨਾਲ ਹੋਇਆ ਜਾਂ ਸਾਰੇ ਪਰਿਵਾਰ ਵਿੱਚ ਬੈਠ ਕੇ ਹੋਇਆ? ਸਾਰੇ ਪਰਿਵਾਰ ਨਾਲ, ਸਾਰੀ ਪੰਚਾਇਤ ਦੇ ਸਾਹਮਣੇ ਹੀ ਦਿੱਤੇ, ਰਿਸ਼ਤੇਦਾਰ ਸੀ ਸਾਰੇ, ਸਾਰਿਆਂ ਦੇ ਸਾਹਮਣੇ ਹੀ ਉੱਥੇ ਹੀ ਕਹਿੰਦੇ ਵੀ ਹੋਰ ਤਾਂ ਕਿਸੇ ਨੇ ਹਾਮੀ ਭਰੀ ਨਹੀਂ ਵੀ ਅਸੀਂ ਬੱਚੀ ਨੂੰ ਰੱਖ ਲੈਨੇ ਆ, ਬਸ ਇਹਨਾਂ ਨੇ ਕਹਿਤਾ ਵੀ ਚਲੋ ਅਸੀਂ ਪਾਲ ਲੈਨੇ ਆ ਬੱਚੇ ਨੂੰ। ਹਾਂ, ਫਿਰ ਮੈਂ ਇਹ ਵੀ ਕਿਹਾ, ਮੈਂ ਕਿਹਾ ਵੀ ਚਲੋ ਆਪਾਂ ਸਾਰੇ ਬੱਚੀ, ਹੁਣ ਮੇਰੀ ਉਮਰ ਵੀ ਦੇਖੋ ਕਿੰਨੀ ਹੋ ਗਈ ਹੈ ਨਾ, ਵੀ ਸਾਰੇ ਮੇਰੇ ਬੱਚਿਆਂ ਨੂੰ ਕਿਹਾ ਵੀ ਇਹ ਨਾ ਹੋਵੇ, ਸਾਰਾ ਪਰਿਵਾਰ ਮਿਲ ਕੇ ਪਾਲਣਾ ਚਾਹੀਦਾ ਇਸ ਬੱਚੀ ਨੂੰ ਇਮਾਨਦਾਰੀ ਨਾਲ। ਉਹ ਕਹਿੰਦੇ, ਮੈਂ ਕਿਹਾ ਵੀ ਮੈਨੂੰ ਇਹ ਨਾ ਕਹੀਓ ਵੀ ਹਾਂ ਮੈਂ ਰੋਟੀ ਬਣਾ ਰਹੀ ਹਾਂ, ਬੱਚੇ ਨੇ ਪੋਟੀ ਕਰਤੀ, ਪੋਟੀ ਸਾਫ਼ ਕਰੋ। ਇਹ ਕਹਿੰਦੇ ਅਸੀਂ ਤੈਨੂੰ ਕਹਿੰਦੇ ਨਹੀਂ, ਕੱਲੇ ਬੱਚਿਆਂ ਨੇ, ਮੇਰੀ ਬੱਚੀ ਨੇ ਵੀ ਬਹੁਤ ਸੇਵਾ ਕਰੀ, ਉਹਦੀ ਭੂਆ ਨੇ, ਤੇ ਕੱਲੇ ਨੇ ਇਹਨਾਂ ਨੇ ਵੀ ਪੋਟੀ ਧੋ ਦੇਣੀ, ਜੇ ਮਤਲਬ ਕਿ ਮੈਂ ਰੋਟੀ ਬਣਾਉਣ ਦੀ ਹੋਵਾਂ ਤੇ ਉਹਨੇ ਬੱਚੀ ਨੇ ਪੋਟੀ ਕਰ ਦੇਣੀ, ਇਹਨਾਂ ਨੇ ਤੱਕ ਪੋਟੀ ਚੱਕੀ ਆ ਉਸ ਬੱਚੀ ਦੇ। ਯਾਨੀ ਪੂਰੇ ਪਰਿਵਾਰ ਦੀ ਸਹਿਮਤੀ ਨਾਲ ਤੁਸੀਂ ਬੱਚੀ ਲੈ ਕੇ ਹਾਂ, ਹਾਂਜੀ ਹਾਂ ਜੀ, ਬਹੁਤ ਮਤਲਬ ਕਿ ਫਿਰ ਸਾਰਿਆਂ ਨੇ ਇੰਨਾ ਉਸਨੂੰ ਪਿਆਰ ਨਾਲ ਪਾਲਿਆ, ਮਤਲਬ ਕਿ ਲੋਕ ਵੀ ਹੈਰਾਨ ਹੋਣ ਵੀ ਇੰਨੀ ਉਮਰ 'ਚ ਇੰਨਾ ਗੰਦ ਚੱਕ ਰਹੀ ਹੈ। ਮੈਂ ਕਿਹਾ ਨਾ, ਮੈਨੂੰ ਤਾਂ ਬਿਲਕੁਲ ਘਰੀਨਾ ਆਉਂਦੀ ਨਹੀਂ। ਮੈਂ ਕਿਹਾ ਪਰਮਾਤਮਾ ਵੱਲੋਂ ਕੋਈ ਮਾਲਕ ਨੇ ਉਹ ਦਿੱਤੀ ਹੋਈ ਆ ਸਾਨੂੰ ਦਾ ਭਾਈ ਸ਼ਕਤੀ ਵੀ। ਬਿਲਕੁਲ, ਤੁਹਾਡਾ ਇੰਨਾ ਪ੍ਰੇਮ ਪਿਆਰ ਬਹੁਤ ਵਧੀਆ ਗੱਲ ਆ, ਤੁਸੀਂ ਬੱਚੀ ਦੀ ਚੰਗੀ ਪਰਵਰਿਸ਼ ਕਰਦੇ ਸੀ। ਪਰ ਉਸ ਦਿਨ ਜਿਹੜਾ ਫੈਸਲਾ ਹੋਇਆ ਜੀ, ਤੁਸੀਂ ਬੱਚੀ ਨੂੰ ਲੈ ਕੇ ਆਉਣ ਵਾਲਾ ਫੈਸਲਾ ਕੀਤਾ, ਉਸ ਦਿਨ ਗੁਰਪ੍ਰੀਤ ਗੋਪੀ ਤੇ ਪਰਿਵਾਰ ਸਾਰਾ ਸਹਿਮਤ ਸੀ? ਹਾਂਜੀ ਹਾਂ, ਬਹੁਤ ਸਾਰਾ ਸਹਿਮਤ ਸੀ ਜੀ। ਇਹ ਗੱਲ ਫਿਰ ਪਹਿਲਾਂ ਉਹਨਾਂ ਨੇ ਚਲਾਈ ਸੀ ਕਿ ਤੁਸੀਂ ਚਲਾਈ ਸੀ ਵੀ ਬੱਚੀ ਨੂੰ ਇੱਥੇ ਲੈ ਕੇ ਆਉਣਾ? ਇਹ ਤਾਂ ਪੰਚਾਇਤ ਨੇ ਹੀ ਕਹਿਤਾ ਸੀ ਵੀ ਹੋਰ ਤਾਂ ਕੋਈ ਹੈ ਨਹੀਂ ਲੈਣ ਵਾਲਾ, ਵੀ ਇਹਨਾਂ ਦੇ ਪਰਿਵਾਰ 'ਚ ਹੀ ਬਸ ਇਹ ਪਾਲ ਸਕਦੀ ਹੈ ਬੱਚੀ, ਵਧੀਆ ਪਾਲਣ ਪੋਸ਼ਣ। ਅੱਛਾ, ਤੁਹਾਨੂੰ ਇਹ ਲੱਗਿਆ ਕਿ ਬੱਚੀ ਦਾ ਉੱਥੇ ਜਿਹੜਾ ਚੰਗੀ ਪਰਵਰਿਸ਼ ਨਹੀਂ ਹੋ ਸਕਦੀ, ਬੱਚੀ ਦੀ ਸਾਂਭ ਸੰਭਾਲ ਨਹੀਂ ਹੋ ਸਕਦੀ, ਤਾਂ ਲੈ ਕੇ ਆਏ ਸੀ? ਹਾਂਜੀ, ਉੱਥੇ ਹੈ ਹੀ ਨਹੀਂ ਸੀ ਕੋਈ ਲੇਡੀਜ਼ ਨਹੀਂ ਸੀ ਕੋਈ, ਮਤਲਬ ਕਿ ਇਸ ਕਰਕੇ ਅਸੀਂ ਉਹਨੂੰ ਬੱਚੀ ਨੂੰ ਲੈ ਕੇ ਆਏ ਸੀ ਵੀ ਬੱਚੀ ਨੂੰ ਸਾਰੇ ਰਿਸ਼ਤੇਦਾਰਾਂ ਦੇ ਸਾਹਮਣੇ ਗੋਦ ਪਾ ਕੇ ਲੈ ਕੇ ਆਏ ਸੀ ਵੀ ਅੱਜ ਤੋਂ ਬਾਅਦ ਮੈਂ ਹੀ ਪਾਲਾਂਗਾ, ਮੈਂ ਹੀ ਪਾਲਣ ਪੋਸ਼ਣ ਕਰੂੰਗਾ, ਵੱਡੀ ਹੋਣ ਤੱਕ ਮੈਂ ਹੀ ਇਹਨੂੰ ਪੜ੍ਹਾਵਾਂ ਲਿਖਾਵਾਂਗਾ, ਸਭ ਕੁਝ ਮਤਲਬ ਕਿ ਮੈਂ ਹੀ ਕਰੂੰਗਾ। ਉਸ ਤੋਂ ਬਾਅਦ ਹੁਣ ਇਹ ਮੈਨੂੰ ਬੱਚੀ ਨੂੰ ਕੋਰਟ 'ਚ ਕੇਸ ਪਾ ਕੇ ਲੈ ਗਏ। ਗੁਰਪ੍ਰੀਤ ਨੇ ਦੁਬਾਰਾ ਦੂਜੀ ਸ਼ਾਦੀ ਕਰਾ ਲਈ ਸੀ, ਉਹਨੂੰ ਵੀ ਡਿਵੋਰਸ ਦੇ ਦਿੱਤਾ। ਉਹਦੇ ਕਾਰਨ ਕੋਈ ਮਤਲਬ ਕਿ ਉਹਨੇ ਉਹ ਗੱਲ ਕਰੀ, ਇੱਥੇ ਆ ਕੇ ਸਾਨੂੰ ਕਹਿਣ ਲੱਗੇ, ਉਹ ਆਸਟ੍ਰੇਲੀਆ ਪੜ੍ਹਦੀ ਸੀ, ਇਹ ਫੌਜ ਸੀਗਾ, ਇੱਥੇ ਆ ਜਾਂਦੀ 6 ਮਹੀਨੇ ਮਗਰੋਂ। ਇਹਨਾਂ ਨੇ ਪਤਾ ਨਹੀਂ ਕੀ ਕਾਰਨ ਹੋਇਆ, ਉਹਨੂੰ ਡਿਵੋਰਸ ਦੇ ਦਿੱਤਾ। ਡਿਵੋਰਸ ਦੇਣ ਕਰਕੇ ਫਿਰ ਉਸ ਤੋਂ ਕੁਝ ਦਿਨ ਬਾਅਦ ਸਾਡੇ ਪਾ ਆ ਕੇ ਗੱਲਬਾਤ ਰੌਲਾ ਹੋ ਜਾ ਪਿਆ ਵੀ ਤੁਸੀਂ ਇੱਥੋਂ ਕੰਪਲੇਨ ਲਿਖਾਓ ਸਨੌਰ ਥਾਣੇ 'ਚ ਵੀ ਤੁਹਾਡੇ ਕੋਲ ਰਹਿੰਦਾ ਸੀ ਗੁਰਪ੍ਰੀਤ, ਤੇ ਇੱਥੇ ਆਉਂਦੇ ਸੀ ਤੇ ਉਹਦੇ ਚਾਲ ਚੱਲਣ ਬਾਰੇ ਵੀ ਬੋਲੋ ਕੁਛ। ਮੇਰੇ ਘਰਦਿਆਂ ਨੂੰ ਕਿਹਾ ਉਹਨਾਂ ਨੇ, ਤੇ ਅਸੀਂ ਕਿਹਾ ਵੀ ਅਸੀਂ ਦੇਖਿਆ ਨਹੀਂ ਜਿਹੜੀ ਚੀਜ਼ ਉਹ ਨਹੀਂ ਕਹਿੰਦੇ ਅਸੀਂ। ਗੁਰਪ੍ਰੀਤ ਗੋਪੀ ਤੁਹਾਨੂੰ ਕਹਿ ਰਿਹਾ ਸੀ ਕਿ ਮੇਰੀ ਵਾਈਫ ਦੇ ਚਾਲ ਚੱਲਣ ਬਾਰੇ ਗਲਤ? ਮੇਰੇ ਜੀਜਾ ਜੀ ਵੀ, ਉਹਦੇ ਡੈਡੀ ਵੀ ਤੇ ਗੋਪੀ ਵੀ ਤੇ ਉਹਦਾ ਭਰਾ, ਤਿੰਨੋਂ ਆਏ ਸੀ ਇੱਥੇ ਜੀ ਕਹਿਣ ਵਾਸਤੇ ਵੀ ਆਪਾਂ ਨੇ ਉਹਨੂੰ ਰੱਖਣਾ ਤਾਂ ਹੈ ਨਹੀਂ। ਹੁਣ ਇਹਦੀ ਵਾਈਫ ਗੁਰਪ੍ਰੀਤ ਗੋਪੀ ਦੀ ਦੂਜੀ ਵਾਈਫ ਆ, ਵਿਆਹ ਕਰਾਇਆ, ਆਸਟ੍ਰੇਲੀਆ ਗਈ ਹੋਈ ਆ, ਵੀ ਉਹਦੇ ਚਾਲ ਚੱਲਣ ਬਾਰੇ ਗਲਤ ਕਹੋ। ਹਾਂ, ਉਹਦੇ ਚਾਲ ਚੱਲਣ ਬਾਰੇ ਤੁਸੀਂ ਗਲਤ ਕਹੋ ਜੀ। ਅਸੀਂ ਕਿਹਾ ਵੀ ਸਾਨੂੰ, ਅਸੀਂ ਉਹਦਾ ਕੁਝ ਗਲਤ ਦੇਖਿਆ ਨਹੀਂ, ਅਸੀਂ ਕਹੀਏ ਕਿਉਂ? ਅਸੀਂ ਵੀ ਧੀਆਂ ਭੈਣਾਂ ਵਾਲੇ ਆ, ਅਸੀਂ ਕੋਈ ਐਵੇਂ ਤਾਂ ਨਹੀਂ ਹੈਗੇ ਵੀ ਕਿਸੇ ਦੀ ਬੱਚੀ ਨੂੰ ਉਂਝ ਹੀ ਇਲਜ਼ਾਮ ਲਾਈਏ। ਜਦ ਅਸੀਂ ਉਸ ਦਾ, ਜਾਂ ਤਾਂ ਸਾਨੂੰ ਕੁਝ ਪ੍ਰੂਫ ਦਿਖਾਓ ਵੀ ਕੁਝ ਹੈਗੀ ਆ, ਜਦ ਅਸੀਂ ਉਸ ਦਾ ਕੁਝ ਗਲਤ ਦੇਖਿਆ ਨਹੀਂ, ਅਸੀਂ ਕਹੀਏ ਕਿਉਂ ਵੀ ਅਸੀਂ ਨਹੀਂ ਕਹਿੰਦੇ। ਤੁਹਾਡੇ ਤੋਂ ਕਿਉਂ ਉਹਨੂੰ ਗਲਤ ਕਹਾਉਣਾ ਚਾਹੁੰਦਾ ਸੀ? ਉਹ ਕਹਿੰਦਾ ਪਤਾ ਨਹੀਂ ਹੁਣ ਉਹਦੇ ਦਿਮਾਗ 'ਚ ਕਿੰਨੇ, ਉਹਦੇ ਛੋਟੇ ਭਰਾ ਨੇ ਤੇ ਭਾਬੀ ਨੇ ਫੂਸ ਭਰਤਾ ਵੀ ਇਹ ਗਲਤ ਹੈ। ਉਹ ਹੈਗਾ ਇਦਾਂ ਦਾ ਹੀ ਆ ਫੌਜੀ, ਜਿਹੜਾ ਉਹਨੂੰ ਕੋਈ ਕੁਝ ਕਹਿ ਦੇ ਉਦਾਂ ਦਾ ਹੀ ਹੋ ਜਾਂਦਾ। ਉਹਨੂੰ ਉਹ ਆਪਣੇ ਘਰ ਵਾਲੀ ਨੂੰ ਪਿਆਰ ਵੀ ਬਹੁਤ ਕਰਦਾ ਸੀ, ਪਰ ਉਹਦੇ ਗਲਤ ਫਹਿਮੀ ਬਾੜਤੀ ਉਹਨੇ, ਛੋਟੇ ਭਾਈ ਨੇ ਤੇ ਭਾਬੀ ਨੇ, ਵੀ ਇਹਨਾਂ ਨੂੰ ਗਲਤ ਕਹਿ, ਗਲਤ ਕਰਕੇ ਉਸ ਨੂੰ ਉਹ ਕਰਿਆ। ਉਸ ਤੋਂ ਬਾਅਦ ਵੀ ਉਹ ਮੰਨ ਗਿਆ ਸੀ ਵੀ ਮੈਂ ਉਹਦੇ ਕੋਲ ਮਿਲਣ ਵੀ ਗਿਆ, ਫਿਰ ਵੀ ਉੱਥੋਂ ਬੁਲਾ ਲਿਆ ਉਹਨੂੰ ਹਸਪੀਟਲ ਚੋਂ ਵੀ ਆਪਣੀ ਬਹੂ ਕੋਲ। ਛੋਟੇ ਭਰਾ ਨੇ ਵੀ ਇਹਨੂੰ ਰੱਖਣਾ ਨਹੀਂ, ਕਹਿੰਦਾ ਜੇ ਮੇਰਾ ਭਰਾ ਕਹਿੰਦਾ ਇਸ ਜੋਗਾ ਹੋ ਗਿਆ ਨਾ, ਇਹ ਆ ਗਈ ਮੇਰੇ ਭਰਾ ਦੇ, ਤਾਂ ਮੇਰੇ ਜੋਗਾ ਨਹੀਂ ਰਹਿਣਾ। ਛੋਟਾ ਭਾਈ ਕਹਿੰਦਾ ਹਾਂ ਮੇਰੇ ਜੋਗਾ ਨਹੀਂ ਰਹਿਣਾ, ਜੇ ਇਹ ਆ ਗਈ ਹੁਣ ਦੁਆਰ ਤੇ ਸਾਡੇ ਘਰ। ਤਾਂ ਆਪਸ ਦੇ ਵਿੱਚ ਕੋਈ ਕਲੇਸ਼ ਹੋ ਸਕਦਾ, ਘਰੇਲੂ ਝਗੜਾ ਹੋ ਸਕਦਾ ਉਹਨਾਂ ਦਾ। ਦੇਖੋ ਛੋਟਾ ਵੀ ਤੁਹਾਡਾ ਭਾਂਜਾ, ਵੱਡਾ ਵੀ ਤੁਹਾਡਾ ਭਾਂਜਾ ਹੈ, ਤਾਂ ਤੁਹਾਡੇ ਭਾਂਜੇ ਤੁਹਾਡੇ ਖੂਨ ਚੋਂ ਆ, ਪਰ ਬੱਚੀ ਨੂੰ ਫਿਰ ਲਿਜਾਣ ਦਾ ਕੀ ਕਾਰਨ? ਤੁਹਾਡੇ ਨਾਲ ਕਦੇ ਗੱਲਬਾਤ ਕੀਤੀ ਸੀ 9 ਸਾਲਾਂ ਦੇ ਵਕਤ ਦੇ ਵਿੱਚ ਮੈਂ ਬੱਚੀ ਲੈ ਜਾਣਾ? ਕੋਈ ਗੱਲਬਾਤ ਨਹੀਂ ਕੀਤੀ, ਬਸ ਇਹੀ ਕਹਿੰਦੇ ਸੀ, ਕਹਿੰਦੇ ਜੇ ਹੁਣ ਬਸ ਇਹੀ ਹੈ, ਉਹਨਾਂ ਨੂੰ ਇਹੀ ਚਿੜ ਚੜੀ ਹੈ ਵੀ ਤੂੰ ਇਹ ਕਿਉਂ ਨਹੀਂ ਕਿਹਾ ਵੀ ਬੱਚੀ ਮੇਰੇ ਕੋਲ ਰਹਿੰਦੀ ਆ ਤੇ 9 ਸਾਲ ਵੀ ਮੇਰੇ ਕੋਲ ਰਹਿੰਦੀ ਹੈ, ਤੇ ਜਿਹੜਾ ਗੁਰਪ੍ਰੀਤ ਹੈ ਉਹ ਸੁਨਾਮ ਨਹੀਂ ਜਾਂਦਾ ਛੁੱਟੀਆਂ 'ਚ,
ਉਹ ਵੀ ਮੇਰੇ ਕੋਲ ਹੀ ਆਂਦਾ ਛੁੱਟੀਆਂ 'ਚ ਰਹਿਣ ਵਾਸਤੇ। ਤੇ ਉਹ ਆਸਟ੍ਰੇਲੀਆ ਤੋਂ ਬਹੂ ਆਂਦੀ ਆ, ਉਹ ਵੀ ਮੇਰੇ ਕੋਲ ਆਂਦੀ ਆ। ਮੈਨੂੰ ਕਹਿੰਦੇ ਵੀ ਸਨਾਮ ਕਿੰਨੇ, ਮੈਂ ਕਿਹਾ ਤੁਸੀਂ ਸਨਾਮ ਤੋਂ ਰਿਪੋਰਟ ਕਰਾਓ। ਕਹਿੰਦੇ ਸਨਾਮ ਨਹੀਂ ਅਸੀਂ ਕਰਾਉਣੀ, ਤੇ ਤੂੰ ਕਰਾ, ਤੇਰੇ ਕੋਲ ਕੁੜੀ ਪੜ੍ਹਦੀ ਆ। ਮੈਂ ਕਿਹਾ ਮੇਰੇ ਕੋਲ ਕੁੜੀ ਪੜ੍ਹਦੀ ਆ ਵੀ ਮੈਂ ਕਿਉਂ ਕਵਾਂ, ਜਦੋਂ ਮੇਰੇ ਕੋਲ 1-2 ਦਿਨ ਪ੍ਰਾਹੁਣਿਆਂ ਵਾਂਗੂ ਆਂਦੇ ਸੀ ਅਗਲੇ। ਇੱਦਾਂ ਤਾਂ ਨਹੀਂ ਵੀ ਉਰੇ ਮੇਰੇ ਕੋਲ ਹੀ ਰਹਿੰਦੇ ਸੀ। ਮੈਨੂੰ ਕਹਿੰਦੇ ਫਿਰ ਤੂੰ ਨਿਊ ਐਵੇਂ ਕਹੀਂ ਵੀ ਇੱਕ ਤਾਂ ਉਹ ਇੱਥੇ ਆ ਕੇ ਰਹਿੰਦੇ ਆ, ਮੇਰੇ ਕੋਲ ਹੀ ਰਹਿੰਦੇ ਆ, ਤੇ ਉਹ ਜਿਹੜੀ ਬਹੂ ਹੈ ਉਹਦਾ ਚਾਲ ਚੱਲਣ ਵਧੀਆ ਨਹੀਂ। ਉਹ ਕਦੇ ਕਿਸੇ ਮੁੰਡੇ ਨੂੰ ਲੈ ਕੇ ਮੇਰੇ ਸਾਹਮਣੇ ਅੱਖਾਂ ਦੇ ਚਲੀ ਜਾਂਦੀ ਆ, ਕਦੇ ਕਿਸੇ ਨੂੰ। ਜਦ ਉਹ ਬਹੂ ਇੱਦਾਂ ਦੀ ਨਹੀਂ ਸੀ, ਮੈਂ ਕਿਹਾ ਮੈਂ ਕਹਾਂ ਕਿਉਂ ਕਿਸੇ ਦੀ ਕੁੜੀ ਨੂੰ। ਬਸ ਇਸ ਕਰਕੇ ਉਹਨਾਂ ਨੇ ਇਹ ਜਿੱਦ ਵੈਸ ਕਹਿੰਦੇ ਕਰ ਜਾਣਬੁੱਝ ਕੇ ਘੁਆਉਣ ਦੀ ਕੋਸ਼ਿਸ਼ ਕੀਤੀ ਹੈ। ਹਾਂਜੀ ਹਾਂ, ਜਾਣ ਉਸ ਜਿਹੜੀ ਤੁਹਾਡੀ ਭਾਂਜ ਨੂੰ ਉਹਨੂੰ ਬਦਨਾਮ ਕੀਤਾ ਜਾਵੇ। ਹਾਂਜੀ ਹਾਂ, ਵੀ ਬਦਨਾਮ ਕੀਤਾ ਜਾਵੇ ਦੂਜੀ ਨੂੰ। ਜਿਹੜੀ ਭਾਂਜ ਨੂੰ ਤੁਸੀਂ ਦੱਸਦੇ ਆਸਟ੍ਰੇਲੀਆ ਰਹਿੰਦੀ ਆ, ਆਸਟ੍ਰੇਲੀਆ ਪੜ੍ਹਨ ਵਾਸਤੇ ਗਈ, ਉਹ ਤੁਹਾਡੇ ਕੋਲ ਆ ਕੇ ਰਹਿੰਦੀ ਸੀ? 1-2 ਦਿਨ ਆਂਦੀ ਸੀ, ਜਿੱਦਾਂ ਵੀ ਮਤਲਬ ਪ੍ਰਾਹੁਣਿਆਂ ਕੇ ਤੋਂ ਰਹਿੰਦੀ ਤਾਂ ਸੁਨਾਮ ਹੀ ਸੀ ਉਹ। ਫਿਰ ਬੱਚੀ ਨੂੰ ਮਿਲਣ ਆਂਦੇ ਸੀ ਨਾ ਦੋਨੋਂ ਜਣੇ, ਇੱਥੇ ਬੱਚੀ ਨੂੰ ਮਿਲਣ ਵਾਸਤੇ ਆਂਦੇ ਸੀ ਦੋਨੋਂ ਜਣੇ ਜੀ। ਤਾਂ ਫਿਰ ਇਹ 9 ਸਾਲ ਦੇ ਵਕਫੇ ਦੇ ਵਿੱਚ ਕਦੇ ਨਹੀਂ ਕਿਹਾ ਸੀ ਗੁਰਪ੍ਰੀਤ ਗੋਪੀ ਨੇ ਕਿ ਮੈਂ ਬੱਚੀ ਨੂੰ ਲੈ ਕੇ ਜਾਣਾ? ਨਹੀਂ ਜੀ, ਬਿਲਕੁਲ ਨਹੀਂ ਕਿਹਾ ਜੀ, ਬਿਲਕੁਲ ਵੀ ਨਹੀਂ ਕਿਹਾ। ਹੁਣ ਜਦੋਂ ਕੋਰਟ ਕੇਸ ਕਰਨ ਤੋਂ ਪਹਿਲਾਂ ਕਦੇ ਪੰਚਾਇਤ ਦੇ ਵਿੱਚ ਕਦੇ ਹੋਰ ਕਿਤੇ ਕਿਹਾ ਹੋ ਕਿ ਮੈਂ ਬੱਚੀ ਨੂੰ ਲੈ ਕੇ ਜਾਣਾ? ਨਾ ਇਹ ਤਾਂ ਨਾ ਬੱਚੀ ਕਹਿੰਦੀ 6-7 ਮਹੀਨੇ ਪਹਿਲਾਂ ਕਹਿੰਦੇ ਮੇਰੇ ਉਧਰ ਮਤਲਬ ਕਿ ਭਾਈ ਦੇ ਸਹੁਰਿਆਂ ਦੇ ਘਰ ਕਹਿੰਦੇ ਡੈਡੀ ਨੂੰ ਸਿਖਾ ਰਿਹਾ ਸੀ ਭਾਈ ਦਾ ਸਹੁਰਾ, ਤੁਸੀਂ ਆਪਣੀ ਬੱਚੀ ਨੂੰ ਲੈ ਕੇ ਜਾਓ, ਉਸ ਤੋਂ ਬਦਲਾ ਪੂਰਾ ਕਰੋ ਆਪਣਾ। ਹਾਂ, ਤੇ ਉਹ ਬੱਚੀ ਮੈਨੂੰ ਕਹਿੰਦੀ ਮੰਮੀ ਮੈਨੂੰ ਇਦਾਂ ਕਹਿ ਰਹੇ ਆ, ਉਹ ਕਹਿ ਰਿਹਾ ਸੀ ਸੰਦੋਖਾ ਅੰਕਲ ਕਹਿੰਦੇ। ਉਹ ਕਹਿੰਦੇ ਮੈਨੇ ਬੱਚੀ ਨੂੰ ਕਿਹਾ, ਮੈਂ ਕਿਹਾ ਐਵੇਂ ਕਿਵੇਂ ਲੈ ਜਾਏਂਗੇ ਤੈਨੂੰ, ਇਦਾਂ ਕਿੱਦਾਂ ਲੈ ਜਾਏਂਗੇ? ਮੈਂ ਕਿਹਾ ਇਦਾਂ ਕਿੱਦਾਂ ਲੈ ਜਾਏਗਾ ਡੈਡੀ? ਕਹਿੰਦੀ ਮੰਮੀ ਮੈਨੂੰ ਨਹੀਂ ਪਤਾ। ਫਿਰ ਉਹ ਨਾ ਮੇਰੇ ਭਤੀਜੇ ਦਾ ਭੋਗ ਪਿਆ ਤੇ ਉੱਥੋਂ ਨਾ ਲੈ ਕੇ ਚਲੇ ਗਏ ਧੱਕੇ ਨਾਲ। ਕੁੜੀ ਨਾ ਉੱਥੇ ਵੀ ਮੇਰੇ 3 ਵਾਰੀ ਆ ਕੇ ਮੇਰੀ ਗੋਦੀ 'ਚ ਬੈਠੀ, ਮੰਮੀ ਮੈਂ ਨਹੀਂ ਜਾਣਾ, ਮੈਂ ਨਹੀਂ ਜਾਣਾ ਇਹਨਾਂ ਦੇ ਨਾਲ। ਕਹਿੰਦੀ ਕੁੜੀ ਕਹਿੰਦੀ, ਮੈਂ ਕਿਹਾ ਪੁੱਤ ਚਲੀ ਜਾ, ਚੱਲ ਕੋਈ ਨਹੀਂ। ਕਹਿੰਦੀ ਨਾ ਲੋਕਡਾਊਨ ਹੋਇਆ ਵਾ, ਤੂੰ ਮੁੜ ਕੇ ਮੈਂ ਆਣਾ ਨਹੀਂ ਉਰੇ। ਮੈਨੂੰ ਕਿਹਾ ਮੈਂ ਤੈਨੂੰ ਲੋਕਡਾਊਨ ਸਾਂਝ ਸਵੇਰ ਲੈ ਕੇ ਆਵਾਂਗੀ, ਪੁੱਤ ਚਲੀ ਜਾ ਚਲੀ ਜਾ। ਮੈਨੂੰ ਉੱਥੇ ਔਖੇ, ਮੈਂ ਕਿਹਾ ਉਰੇ ਐਡਾ ਵੱਡਾ ਮੁੰਡਾ ਮਰਿਆ, ਉੱਥੇ ਵੀ ਔਖੇ ਭਾਰੇ ਹੋਣ ਲੱਗ ਗਏ। ਤੈਨੂੰ ਮਾਸੀ ਤਰਾਜ ਆ ਸਾਡੇ ਨਾਲ ਭੇਜਦੀ ਨਹੀਂ? ਛੋਟਾ ਭਰਾ ਉਹ ਤਾਂ ਆਇਆ ਹੀ ਨਹੀਂ ਸੀ ਗੁਰਪ੍ਰੀਤ, ਤੇ ਛੋਟਾ ਭਰਾ ਨਾ ਜਿਹੜਾ ਇਹਦਾ ਉਹ ਆਇਆ ਸੀ। ਉਹ ਧੱਕੇ ਨਾਲ ਕੁੜੀ ਨੂੰ ਮੇਰੀ ਗੋਦੀ 'ਚੋਂ ਚੁੱਕ ਕੇ ਲੈ ਕੇ ਗਿਆ ਉੱਥੋਂ। ਜੀ, ਛੋਟਾ ਭਾਂਜਾ ਜਣੀ ਤੁਹਾਡਾ ਲੈ ਕੇ? ਹਾਂਜੀ ਹਾਂ, ਛੋਟਾ ਭਾਂਜਾ। ਜੀ, ਇਹ ਕਦੋਂ ਦੀ ਗੱਲ ਆ ਜਦੋਂ ਤੁਹਾਡੇ ਭਤੀਜੇ ਦੀ ਡੈਥ ਹੋਈ ਆ? ਉਸ ਦੀ ਭੋਗ 3 ਮਹੀਨੇ ਪਹਿਲਾਂ ਦੀ ਗੱਲ ਹੈ ਜੀ। 3 ਮਹੀਨੇ ਪਹਿਲਾਂ ਉਹਨੂੰ ਲੈ ਕੇ ਗਏ ਸੀ ਬੱਚੀ ਨੂੰ? ਹਾਂਜੀ ਹਾਂ, ਫਿਰ ਉੱਥੇ ਮਹੀਨਾ ਕੁ ਰਹਿ ਗਈ। ਜਦੋਂ ਮਹੀਨੇ ਬਾਅਦ ਮੈਂ ਵੀ ਫੋਨ ਕਰਿਆ ਕਰਨਾ, ਕੁੜੀ ਨੇ ਕਹਿਣਾ ਆ ਜਾਓ ਲੈ ਜਾਓ ਮੈਨੂੰ ਲੈ ਜਾਓ। ਜੇ ਮੁੰਡੇ ਨੂੰ ਲੈਣ ਭੇਜਿਆ ਤੇ ਬਾਅਦ 'ਚ ਕਹਿੰਦੇ ਹਾਲੇ ਤਾਂ ਮੈਂ ਭੇਜਦੇ ਨਹੀਂ ਹੈਗੇ, 2-4 ਦਿਨਾਂ ਨੂੰ ਭੇਜ ਦੇਂਗੇ। ਬਸ ਇਸ ਤਰ੍ਹਾਂ ਹੀ ਕਰਦੇ ਕਰਾਂਦੇ ਰਹੇ ਵੀ ਹਾਲੇ ਨਹੀਂ ਆਉਂਦੇ। ਮੁੰਡੇ ਨੂੰ ਕਹਿੰਦਾ ਮੇਰਾ ਡੈਡੀ ਨੂੰ ਠੀਕ ਨਹੀਂ, ਮੇਰਾ ਡੈਡੀ ਮੈਂਟਲ ਹੋ ਰਿਹਾ, ਮੇਰਾ ਡੈਡੀ ਨਹੀਂ ਭੇਜ ਰਿਹਾ, ਇਹ ਆ ਉਹ ਆ। ਛੋਟਾ ਭਰਾ ਜਾਣ ਕੇ ਬਹਾਨੇ ਲਾਇਆ ਕਰੇ ਤੇ ਕਦੇ ਕੁਛ ਕਹਿ ਦਿਆ ਕਰੇ, ਕਦੇ ਕੁਛ। ਬਾਅਦ 'ਚ ਉਹਨੂੰ ਭੇਜਿਆ ਨਹੀਂ ਕੁੜੀ ਨੂੰ, ਮੈਨੂੰ ਟੈਨਸ਼ਨ। ਮੈਂ ਫਿਰ ਨਾ ਫੋਨ ਕਰਿਆ ਕੁੜੀ ਨੂੰ, ਮੈਂ ਕਿਹਾ ਬੇਟੇ ਅੱਬੂ ਕਦ ਆਣਾ? ਮੈਂ ਘਰ ਦਾ ਨਾਮ ਅੱਬੂ ਕਹਿੰਦੀ ਸੀ। ਮੈਂ ਕਿਹਾ ਅੱਬੂ ਕਦ ਆਣਾ? ਕਹਿੰਦੀ ਮੰਮੀ ਮੈਨੂੰ ਲੈ ਜਾਓ ਆ ਕੇ। ਮੈਂ ਕਿਹਾ ਪੁੱਤ ਕੋਈ ਨਹੀਂ ਮੈਂ ਭੇਜ ਰਹੀ ਹਾਂ। ਮੈਂ ਮੁੰਡੇ ਨੂੰ ਭੇਜਿਆ ਤੇ ਮੁੰਡੇ ਨੂੰ ਭੇਜਿਆ, ਮੁੰਡੇ ਤੋਂ ਬਾਅਦ ਕਹਿੰਦਾ ਹਾਲੇ ਨਹੀਂ ਭੇਜਦੇ, ਬਸ ਉਹੀ ਬਹਾਨੇ ਜੇ ਲਾ ਕੇ ਉਹ ਕਰਤਾ ਉਹਨੂੰ ਵਾਪਸ ਮੁੰਡੇ ਨੂੰ। 1-2-4 ਦਿਨਾਂ ਨੂੰ ਮੈਨੂੰ ਟੈਨਸ਼ਨ ਹੋ ਗਈ। ਮੈਂ ਫੋਨ ਕਰਿਆ, ਫਿਰ ਕਹਿੰਦੀ ਮੰਮੀ ਭੇਜ ਦੇ, ਡੈਡੀ ਨੂੰ ਭੇਜ ਦੇ। ਮੈਂ ਕਿਹਾ ਡੈਡੀ ਆ ਰਿਹਾ ਤੇਰਾ ਲੈਣ, ਪਰਸੋਂ ਨੂੰ ਆ ਜਾਏਗਾ, ਕੋਈ ਨਹੀਂ। ਫਿਰ ਪਿੱਛੇ ਉਸका ਡੈਡੀ ਬੋਲਦਾ, ਮੈਨੂੰ ਕਹਿ ਪਰਸੋਂ ਨੂੰ ਮੈਂ ਮਰ ਜਾਊਂਗਾ, ਮੈਨੂੰ ਮਾਰ ਜਾਣਗੇ ਤੇ ਤੈਨੂੰ ਲੈ ਜਾਣਗੇ। ਉਹਦਾ ਜੱਗੂ ਡੈਡੀ ਬੋਲ ਰਿਹਾ। ਤੇ ਉਹ ਕੁੜੀ ਮੈਂ ਕਿਹਾ ਕਿਆ ਬੋਲ ਰਿਹਾ ਡੈਡੀ? ਕਹਿੰਦੇ ਕਹਦੇ ਕੋਈ ਡਰ ਨਹੀਂ। ਕੁੜੀ ਨੂੰ ਕਹਿੰਦਾ ਕਹਦੇ ਮੇਰਾ ਡੈਡੀ ਨੂੰ ਮਾਰ ਕੇ ਲੈ ਜਿਓ ਤੁਸੀਂ, ਕਹਿੰਦੇ ਪਰਸੋਂ ਨੂੰ ਮਰ ਜਾਊਗਾ ਡੈਡੀ, ਲੈ ਜਿਓ ਪਰਸੋਂ ਨੂੰ। ਇਦਾਂ ਹੀ ਕਰੀ ਗਿਆ। ਅਵਨੀਤ ਦਾ ਡੈਡੀ ਕਿ ਅਵਨੀਤ ਦਾ ਦਾਦਾ? ਅਵਨੀਤ ਦਾ ਦਾਦਾ ਜੀ। ਹਾਂ, ਅਵਨੀਤ ਦਾ ਡੈਡੀ ਤਾਂ ਆਇਆ ਵੀ ਨਹੀਂ। ਅਵਨੀਤ ਨੂੰ ਮਹੀਨਾ ਹੋ ਗਿਆ ਸੀ ਉੱਥੇ ਗਈ ਨੂੰ, ਮਿਲਣ ਤੱਕ ਨਹੀਂ ਆਇਆ ਸੀ ਹਲੇ ਤੱਕ। ਕਿੱਥੇ ਰਿਹਾ ਸੀ ਗੁਰਪ੍ਰੀਤ? ਉਹ ਫੌਜ 'ਚ ਸੀ, ਡਿਊਟੀ ਤੇ ਆਪਣੀ ਤੇ। ਜੀ ਹਾਂ, ਯਾਨੀ ਗੁਰਪ੍ਰੀਤ ਗੋਪੀ ਉਨੀ ਜਿੱਦ ਨਹੀਂ ਕਰ ਰਿਹਾ ਸੀ ਜਿੰਨੀ ਛੋਟਾ ਭਾਂਜਾ ਕਰ ਰਿਹਾ ਸੀ। ਛੋਟਾ ਭਾਂਜਾ ਤੇ ਉਹਦਾ ਦਾਦਾ। ਹਾਂਜੀ ਹਾਂ ਜੀ, ਉਹੀ ਉਹਨਾਂ ਨੇ ਦੋਨਾਂ ਨੇ ਕੰਮ ਸਾਰਾ ਖਰਾਬ ਕਰਿਆ। ਜੀ, ਛੋਟੇ ਭਾਂਜੇ ਨੇ ਤੇ ਉਹਦੇ ਡੈਡੀ ਨੇ। ਜੀ, ਤੁਸੀਂ ਬੱਚੀ ਜਦੋਂ ਅਡਾਪਟ ਕੀਤੀ ਸੀ, ਗੋਦ ਲਈ ਸੀ, ਕੋਈ ਲਿਖਤ ਪੜਤ ਕਚਹਿਰੀ ਦੇ ਵਿੱਚ ਕੀਤੀ ਸੀ, ਕਿਤੇ ਅਦਾਲਤ ਦੇ ਵਿੱਚ, ਕਿਤੇ ਪੰਚਾਇਤੀ ਤੌਰ ਤੇ ਲਿਖਿਆ ਸੀ ਜੀ? ਨਾ ਜੀ ਨਾ, ਜੇ ਲਿਖਿਆ ਹੁੰਦਾ ਜੇ ਰਿਸ਼ਤੇਦਾਰਾਂ ਨੇ ਕੇ ਸਾਹਮਣੇ ਉਹ ਪਵਾ ਲਈ ਸੀ। ਸਾਨੂੰ ਕੀ ਪਤਾ, ਸਾਡਾ ਤਾਂ ਪਿਆਰ ਹੀ ਇੰਨਾ ਸੀ। ਤੁਹਾਨੂੰ ਦੱਸਿਆ ਵੀ ਮੈਂ ਤਾਂ ਆਪਣੇ ਮੁੰਡਿਆਂ ਤੋਂ ਵੀ ਵੱਧ ਕੇ ਉਹਨਾਂ ਨੂੰ ਸਮਝਿਆ। ਜੀ, ਪਹਿਲਾਂ ਮੈਂ ਉਹਨਾਂ ਨੂੰ ਕਿਹਾ ਜੇ ਮੇਰੇ ਮੁੰਡੇ ਦਾ ਕੋਈ ਰਿਸ਼ਤਾ ਆਉਂਦਾ ਵੀ ਪਹਿਲਾਂ ਉਹਨਾਂ ਦਾ ਕਰਨਾ, ਮੈਂ ਭਾਣਜਿਆਂ ਦਾ ਵਿਆਹ ਬਾਅਦ 'ਚ ਕਰਨਾ, ਮੈਂ ਆਪਣੇ ਮੁੰਡਿਆਂ ਦਾ ਵਿਆਹ ਪਹਿਲਾਂ ਉਹਨਾਂ ਨੂੰ ਨਿਬੇੜ ਕੇ ਫੇਰ ਕਰਾਂਗੇ ਆਪਣੇ ਬੱਚਿਆਂ ਦਾ, ਉਹਨਾਂ ਦੀ ਕਬੀਲਦਾਰੀ ਕਰਕੇ।
ਸਰ ਜਿਹੜਾ ਹੈਗਾ ਬੱਚੀ ਦਾ ਫਾਦਰ ਨੇਮ ਤੁਸੀਂ ਮਦਰ ਨੇਮ ਸਕੂਲ ਦੇ ਵਿੱਚ ਕੀ ਲਿਖਵਾਇਆ ਸੀ? ਗੁਰਪ੍ਰੀਤ ਗੋਪੀ ਉਹਨਾਂ ਦਾ ਨਾਮ ਲਿਖਵਾਇਆ ਸੀ ਜਾਂ ਤੁਸੀਂ ਆਪਣਾ ਲਿਖਵਾ ਲਿਆ ਸੀ? ਉੱਥੇ ਗੁਰਪ੍ਰੀਤ ਨਾਂ ਲਿਖਿਆ ਹੋਇਆ, ਉਹਦੇ ਫਾਦਰ ਨੇਮ ਦਾ ਗੁਰਪ੍ਰੀਤ ਲਿਖਿਆ ਸੀ, ਲੇਕਿਨ ਜਿਹੜਾ ਸਾਰਾ ਬਾਕੀ ਮੇਰਾ ਨਾਮ ਨੂਰ ਲਾਲ ਦੇ ਤੌਰ ਤੇ ਐਡਰੈਸ ਮੇਰਾ ਸਾਰਾ ਕੁਝ ਆਪਣੇ ਵੱਲੋਂ ਲਿਖਾਇਆ ਹੋਇਆ ਸੀ ਮਤਲਬ। ਹਾਂਜੀ, ਤੇ ਗਾਰਡੀਅਨ ਬੱਚੀ ਗਾਰਡੀਅਨ ਤੇ ਬੱਚੀ ਆਇਡੈਂਟੀ ਕਾਰਡ ਤੇ ਵੀ ਫਾਦਰ ਨੇਮ ਸਾਰਾ ਕੁਝ ਮੇਰਾ ਹੀ ਲਿਖਾਉਂਦੀ ਸੀ। ਉੱਥੋਂ ਬਾਕੀ ਦਾ ਉਹਦੇ ਵਿੱਚ ਉਹਦਾ ਫਾਦਰ ਨੇਮ ਸਰਟੀਫਿਕੇਟ ਦੇ ਵਿੱਚ ਉਹਦਾ ਸੀ। ਉਹ ਵੀ ਅਸੀਂ ਕਿਹਾ ਸੀ ਉਹਨੂੰ ਇੱਕ ਵਾਰੀ ਮਤਲਬ ਕਿ ਵੀ ਤੂੰ ਸਾਨੂੰ ਕਰਦੇ ਇਹ, ਉਹ ਕਹਿੰਦਾ ਮੈਨੂੰ ਮਿਲਟਰੀ ਤੋਂ ਇਹਦਾ ਫਾਇਦਾ ਮਿਲੇਗਾ ਜੋਬ ਵਿੱਚ ਬੱਚੀ ਦਾ, ਵੀ ਤੁਸੀਂ ਕੁੜੀ ਦਾ ਤੁਹਾਡੀ ਉਹ ਆ, ਮੈਂ ਕਿਹੜਾ ਲੈ ਕੇ ਜਾਣੀ ਆ ਕੁੜੀ, ਤੇ ਇਸ ਕਰਕੇ ਤੁਸੀਂ ਰਹਿਣ ਦਿਓ। ਅਸੀਂ ਚੁੱਪ ਕਰ ਗਏ ਸੀ ਵਿੱਚ ਨੂੰ ਵੀ ਚਲੋ। ਜਾਨੀ ਤੁਸੀਂ ਕਿਹਾ ਸੀ ਕਿ ਜਿਹੜੀ ਬੱਚੀ ਨੂੰ ਸਾਨੂੰ ਜਿਹੜੀ ਲੀਗਲ ਤੌਰ ਤੇ ਅਡਾਪਟ ਕਰੋ। ਹਾਂਜੀ ਹਾਂ, ਨਹੀਂ ਮੰਨਿਆ ਗੁਰਪ੍ਰੀਤ? ਨਾ ਜੀ ਨਾ, ਕਹਿੰਦਾ ਬੱਚੀ ਤਾਂ ਤੁਹਾਡੀ ਹੈ, ਬਸ ਇਹਨੂੰ ਫੌਜ ਚੋਂ ਨੌਕਰੀ 'ਚ ਲੈ ਕੇ ਜਾਣੀ ਆ। ਫੌਜ ਚੋਂ ਤੁਸੀਂ ਕਿਉਂ ਇਹਦਾ ਨੁਕਸਾਨ ਕਰਦੇ ਹੋ ਬੱਚੀ ਦਾ? ਇਹਨੂੰ ਨੌਕਰੀ 'ਚ ਨਾ ਕੋਈ ਨੰਬਰ ਮਿਲਣਗੇ, ਪੁਆਇੰਟ ਜੇ ਘਟੇਗਾ ਨਾ ਨੌਕਰੀ 'ਚ ਤੇ ਫੌਜੀਆਂ ਦੇ ਕੋਟੇ 'ਚੋਂ ਇਹਨੂੰ ਕੋਈ ਨੰਬਰ ਮਿਲ ਜਾਣਗੇ ਮਾਸੀ, ਉਹਦੇ 'ਚ ਇਹਨੂੰ ਜੋਬ ਜਲਦੀ ਲੱਗ ਜੂਗੀ। ਜਦੋਂ ਤੁਸੀਂ ਤਾਂ ਬੱਚੀ ਦਾ ਫਾਇਦਾ ਸੋਚਿਆ ਵੀ ਚਲੋ ਸਾਨੂੰ ਕੀ ਪਤਾ ਵੀ ਇਹ ਇਦਾਂ ਦਾ ਕੰਮ ਕਰੇਗਾ ਜਾਂ ਇਹਦੇ ਦਿਲ 'ਚ ਇਹ ਬੇਈਮਾਨ। ਅਸੀਂ ਤਾਂ ਆਪਣੀ ਬੱਚੀ ਦੀ ਸੇਫਟੀ ਸੋਚੀ ਤੀ ਵੀ ਚਲੋ ਕਈ ਵਾਰੀ ਬੱਚੇ ਦੇ 2-4 ਨੰਬਰ ਨੌਕਰੀ ਪਿੱਛੇ ਅੱਗੇ ਘਟ ਜਾਂਦੇ ਆ, ਚਲੋ ਉਹਦੇ ਬਾਪ ਦੇ ਉਸ ਚੋਂ ਮਿਲਦੇ ਹੋਣੇ ਕੋਟੇ ਚੋਂ ਫੌਜੀਆਂ ਦੇ ਤੋਂ, ਚਲੋ ਬੱਚੀ ਦੀ ਜ਼ਿੰਦਗੀ ਬਣੇ। ਅਸੀਂ ਤਾਂ ਇਸ ਕਰਕੇ ਚੁੱਪ ਸੀ ਵੀ ਚਲੋ ਠੀਕ ਆ, ਸਾਡਾ ਨਾਮ ਹੋਇਆ ਕਿ ਉਹਨਾਂ ਦਾ ਹੋਇਆ। ਜੀ ਹਾਂ, ਤੁਸੀਂ ਜਿਸ ਦਿਨ ਤੁਹਾਡੇ ਬੱਚੇ ਜਿਹੜੇ ਭਤੀਜੇ ਦੇ ਭੋਗ ਤੇ ਬੱਚੀ ਨੂੰ ਲੈ ਕੇ ਗਏ ਸੀ, 1 ਮਹੀਨਾ ਬੱਚੀ ਉੱਥੇ ਰਹੀ, ਇਸ ਤੋਂ ਬਾਅਦ ਫਿਰ ਇੱਥੇ ਲੈ ਕੇ ਆਏ? ਹਾਂਜੀ ਹਾਂ, ਇੱਥੋਂ ਲੈ ਕੇ ਆਏ। ਇੱਥੇ ਫਿਰ ਲੈ ਆਏ ਸੀ? ਅਸੀਂ ਨਹੀਂ ਲੈ ਕੇ ਆਏ ਜੀ, ਸਾਨੂੰ ਤਾਂ ਉਹਨਾਂ ਨੇ ਮਲਾਈ ਹੋਣੀ ਕੁੜੀ ਬਿਲਕੁਲ ਜੀ। ਫਿਰ ਅਸੀਂ ਸੀਸੀ ਰਾਹੀਂ ਚਿਲਡਰਨ ਗੱਲ ਦੱਸ ਨਾ ਸੀ ਇਹ ਜੀ ਉੱਥੇ ਫਿਰ ਜਦੋਂ ਉਹਨੇ ਦਾਦੇ ਨੇ ਕਿਹਾ ਵੀ ਮਰ ਜੂਗਾ, ਪਰਸੋਂ ਲੈ ਜਾਵਾਂਗੇ ਮਰ ਜੂਗਾ, ਤੇ ਉਸ ਤੋਂ ਬਾਅਦ ਇਹ ਦੂਜੇ ਦਿਨ ਥੋੜੇ ਹੋ ਗਏ ਮਤਲਬ ਕਿ ਰੋਣ ਲੱਗੇ ਵੀ ਤਾਂ ਕੀ ਗੱਲ ਕਰ ਰਹੇ ਆ ਮਤਲਬ। ਇਹ ਕਹਿਣ ਲੱਗੇ ਫਿਰ ਵੀ ਬੇਟੀ ਮੇਰੀ ਬਠਿੰਡੇ ਜਾ ਰਹੀ ਸੀ, ਦਿਮਾਗ ਆਇਆ ਵਾ ਸੀ, ਇਹਨਾਂ ਨੂੰ ਕਹਿਣ ਲੱਗੇ ਚੱਲ ਤੂੰ ਨਾਲ ਚੱਲ ਜਾਂਦੇ ਆਪਾਂ ਮਿਲ ਚੱਲਦੇ ਆ ਬੇਟੀ ਨੂੰ, ਤੇ ਉਸ ਤੋਂ ਬਾਅਦ ਬਠਿੰਡੇ ਚਲੇ ਜਾਵਾਂਗੇ। ਇਹ ਚਲੇ ਗਏ ਘਰੇ, ਉੱਥੇ ਮਤਲਬ ਘਰ ਮਿਲਣ ਤੋਂ ਬਾਅਦ ਜਦ ਬੈਠੇ ਘੰਟਾ ਥੋੜੀ ਦੇਰ ਲਾ ਕੇ ਇਹਨਾਂ ਨੇ ਗੱਲਾਂ ਬਾਤਾਂ ਕਰਕੇ ਜਦ ਇਹ ਤੁਰਨ ਲੱਗੇ ਉਹ ਬੱਚੀ ਰੋਣ ਲੱਗ ਗਈ, ਕਹਿੰਦੇ ਮੈਂ ਤਾਂ ਤੁਹਾਡੇ ਨਾਲ ਜਾਣਾ ਮੰਮੀ। ਦਾਦਾ ਕਹਿਣ ਲੱਗਿਆ ਵੀ ਦਾਦਾ ਦੇ ਚਾਚਾ ਅਸੀਂ ਨਹੀਂ ਤੈਨੂੰ ਜਾਣ ਦੇਣਾ, ਤੇ ਕੁੜੀ ਨੇ ਵੀ ਹੱਥ ਰੋੜੇ, ਇਹ ਮੇਰੇ ਘਰਦਿਆਂ ਨੇ ਵੀ ਉਹਦੇ ਪੈਰੀ ਹੱਥ ਲਾਏ, ਸਾਡੂ ਦੇ ਵੀ ਕੋਈ 2 ਦਿਨ ਵਾਸਤੇ ਚਲੇ ਜਾਣ ਤੇ ਬਾਕੀ ਜਿਹੜੀ ਗੱਲ ਕਰਨੀ ਆਪਾਂ ਕਰ ਲਾਂਗੇ ਜੇ ਤੁਹਾਨੂੰ ਇੰਨੀ ਗੱਲ ਆ। ਲੇਕਿਨ ਉਹਨਾਂ ਨੇ ਬੱਚੀ ਦੇ ਥੱਪੜ ਮਾਰੇ, ਥੱਪੜ ਮਾਰ ਕੇ ਕਮਰੇ 'ਚ ਬੰਦ ਕਰਤਾ, ਇਹਨਾਂ ਨੂੰ ਘਸੀਟ ਕੇ ਮਤਲਬ ਕਿ ਦੋਨਾਂ ਨੂੰ, ਮੇਰੀ ਦੋਹਤੀ ਨੂੰ, ਇਹਨੂੰ ਬੇਟੀ ਨੂੰ ਘਸੀਟ ਕੇ ਗਲੀ ਤੋਂ ਬਾਹਰ ਮਾਰਿਆ ਚੱਕ ਕੇ। ਤੇ ਅੰਦਰ ਮੇਰੇ ਸਾਡੂ ਦਾ ਫੋਨ ਪਿਆ ਸੀ ਕਮਰੇ 'ਚ, ਜਦੋਂ ਬੰਦ ਕੀਤਾ ਉਹਨੇ ਮੈਨੂੰ ਫੋਨ ਕਰਿਆ ਬੇਟੀ ਨੇ ਵੀ ਡੈਡੀ ਜਲਦੀ ਆ ਜਾਓ, ਪੁਲਿਸ ਲੈ ਕੇ ਵੀ ਸਾਨੂੰ ਤਾਂ ਕੁੱਟਮਾਰ ਕਰ ਰਹੇ ਆ। ਫਿਰ ਅਸੀਂ ਅਗਲੇ ਦਿਨ ਸਵੇਰੇ ਗਏ, ਸਵੇਰੇ ਅਸੀਂ ਸੁਨਾਮ ਪੁਲਿਸ ਨੂੰ ਕੰਪਲੇਨ ਕਰਾਈ, ਉੱਥੇ ਜਾ ਕੇ ਫਿਰ ਉਹ ਲੈ ਕੇ ਗਏ। ਜਦ ਅਸੀਂ ਘਰੇ ਗਏ ਬੱਚੀ ਹੈ ਨਹੀਂ ਸੀ, ਉਹਨਾਂ ਨੇ ਬੱਚੀ ਨੂੰ ਕਿਤੇ ਆਪਣਾ ਗਾਇਬ ਕਰਤਾ, ਮਤਲਬ ਘਰੇ ਨਹੀਂ ਸੀਗੀ। ਸਾਡੂ ਮੇਰਾ ਸੀਗਾ, ਉੱਥੇ ਗੱਲਬਾਤ ਕਰੀ, ਉਹ ਤੋਂ ਬਾਅਦ ਉਹ ਕਹਿਣ ਲੱਗੇ ਵੀ ਥਾਣੇ ਆ ਜਾਓ, ਥਾਣੇ ਬਹਿ ਕੇ ਗੱਲ ਕਰ ਲੈਂਦੇ ਆ। ਅਸੀਂ 10-15 ਬੰਦੇ ਉਹ ਵੀ ਗਏ ਸੀ, ਉਹਨਾਂ ਦੇ ਵੀ ਗਏ ਸੀ ਪੰਚਾਇਤ, ਉੱਥੇ ਵੀ ਉਹ ਕਿਸੇ ਗੱਲ ਤੇ ਨਹੀਂ ਆਏ ਵੀ ਅਸੀਂ ਬੱਚੀ ਨੂੰ ਨਹੀਂ ਮਿਲਾਉਣਾ। ਜਦ ਦੇਖਿਆ ਸੀ ਬੱਚੀ ਨੂੰ ਮਿਲਾ ਨਹੀਂ ਰਹੇ, ਪੁਲਿਸ ਵਾਲਿਆਂ ਦੇ ਕੋਲ ਵੀ ਮਿਲਾ ਰਹੇ ਨੇ, ਫਿਰ ਅਸੀਂ 1098 ਤੇ ਉੱਥੋਂ ਆ ਕੇ ਕੰਪਲੇਨ ਕਰਤੀ, ਆਪਣਾ ਲਿਖਤੀ ਰੂਪ 'ਚ ਕਰਤੀ, ਪਹਿਲਾਂ ਫੋਨ ਕਰਿਆ ਜੀ। ਉਸ ਤੋਂ ਬਾਅਦ ਉਹਨਾਂ ਨੇ 5 ਤਰੀਕ ਨੂੰ ਇੱਥੇ ਪਟਿਆਲੇ CWC ਵਾਲੇ ਜਿਹੜੇ ਹੈਗੇ ਚਿਲਡਰਨ ਕੇਅਰ ਵਾਲੇ, ਉਹਨਾਂ ਨੇ ਬੱਚੀ ਨੂੰ ਬੁਲਾਇਆ, ਬੱਚੀ ਦੇ ਬਿਆਨ ਵਗੈਰਾ ਲਏ, ਸਾਰਾ ਕੁਝ ਪੁੱਛ ਗਿੱਛ ਕੀਤੀ, ਉਹਨੂੰ ਦੱਸੀ ਸਾਰੀ ਗੱਲ ਉਹਨਾਂ ਨੂੰ। ਉਹਨਾਂ ਨੇ ਫਿਰ ਇਸ ਤੋਂ ਬੱਚੀ ਨੂੰ ਸਾਨੂੰ ਆਪਣਾ ਫੋਸਟਰ ਕੇਅਰ ਦੇ ਤੌਰ ਤੇ ਵੀ 18 ਸਾਲ ਤੱਕ ਤੁਸੀਂ ਇਹਨੂੰ ਪੜ੍ਹਾਓ ਲਿਖਾਓਗੇ, ਵੀ ਤੁਸੀਂ ਪੜ੍ਹਾ ਲਿਖਾ ਸਕਦੇ ਹੋ। ਹਾਂ, ਜਿਵੇਂ ਮਤਲਬ ਕਿ ਚਾਹ ਰਹੇ ਮਤਲਬ ਕਿ ਫੋਸਟਰ ਕੇਅਰ ਤੁਸੀਂ ਰਹੋਗੇ ਤੇ ਤੁਸੀਂ ਆਪਣੇ ਕੋਲ ਹੀ ਰੱਖੋਗੇ। ਇਹ ਬੱਚੀ ਸਾਨੂੰ ਉਹਨਾਂ ਨੇ ਸੌਂਪਤੀ ਸੀਗੀ ਜੀ। ਬੱਚੀ ਸਾਡੇ ਕੋਲ ਆ ਗਈ, ਇਸ ਤੋਂ ਬਾਅਦ ਇਹਨਾਂ ਨੇ ਹਾਈ ਕੋਰਟ 'ਚ ਰਿਟ ਪਾਤੀ। ਉਹ ਰਿਟ ਪਾਉਣ ਤੋਂ ਬਾਅਦ ਕੋਰਟ ਨੇ ਫੈਸਲਾ ਉਹਨਾਂ ਦੇ ਹੱਕ 'ਚ ਕਰਤਾ ਸੀ ਜੀ। ਇਹ ਜਿਹੜਾ ਹਾਈ ਕੋਰਟ ਦੇ ਵਿੱਚ ਕੇਸ ਚਲਾ ਗਿਆ, ਉੱਥੇ ਕਿੰਨੀਆਂ ਤਰੀਕਾਂ ਪਈਆਂ, ਕਿੰਨੇ ਵਾਰ ਤੁਸੀਂ ਗਏ ਜੀ? 3-4 ਤਰੀਕਾਂ ਪਈਆਂ ਵਾ, 2-3 ਤਰੀਕਾਂ ਜਹਾਜ਼ 'ਚ ਮਤਲਬ ਕਿ ਜੀ। ਹਾਂਜੀ, ਉਹਨਾਂ ਨੇ ਹਫ਼ਤੇ ਮਗਰੋਂ 5-6 ਦਿਨ ਮਗਰੋਂ ਤਰੀਕ ਪੈ ਜਾਂਦੀ ਸੀ। ਉਸ ਤੋਂ ਬਾਅਦ ਉਹਨਾਂ ਨੇ ਫੈਸਲਾ ਜੱਜਾਂ ਸਾਹਿਬ ਨੇ ਕਰਤਾ, ਮਤਲਬ ਉਹਦੇ ਹੱਕ 'ਚ ਕਰਤਾ। ਭੈਣ ਜੀ, ਉਹਨਾਂ ਟਾਈਮ ਬੱਚੀ ਤੁਹਾਡੇ ਕੋਲ ਰਹੀ ਜਿੰਨਾ ਟਾਈਮ ਹਾਈ ਕੋਰਟ ਦੇ ਵਿੱਚ ਵੀ ਕੇਸ ਚੱਲਦਾ ਰਿਹਾ? ਹਾਂਜੀ ਹਾਂ, ਸਾਡੇ ਕੋਲ ਰਹੀ ਦੋ। ਹਾਈ ਕੋਰਟ ਦੇ ਵਿੱਚ ਜਾ ਕੇ ਬੱਚੀ ਦੇ ਬਿਆਨ ਹੋਏ ਜੀ? ਨਾ ਜੀ ਨਾ, ਬਿਲਕੁਲ ਨਹੀਂ ਲਿੱਤੇ ਬਿਆਨ, ਬਿਲਕੁਲ ਨਹੀਂ ਲਏ ਉਹਨਾਂ ਨੇ। ਬੱਚੀ ਇੰਨਾ ਰੋ ਰਹੀ ਸੀ, ਅਸੀਂ ਡਬਲ ਬੈਂਚ 'ਚ ਜਦੋਂ ਅਪੀਲ ਪਾਈ, ਉੱਥੇ ਅਸੀਂ ਬੱਚੀ ਨੂੰ ਵਕੀਲ ਦੇ ਕੋਲ ਬਿਠਾਇਆ। ਮੈਨੂੰ ਤਾਂ ਇੰਗਲਿਸ਼ ਇੰਨੀ ਆਉਂਦੀ ਨਹੀਂ, ਬੱਚੀ ਸਾਰੀ ਇੰਗਲਿਸ਼ ਸਮਝ ਕੇ ਤੇ ਉੱਥੇ ਟਪ ਟਪ ਹੰਝੂ ਰੋਣ ਲੱਗ ਗਈ, ਕਹਿੰਦੇ ਮੰਮੀ
ਬਹੁਤ ਔਖਾ ਜੀ ਬੱਚੀ ਨੂੰ ਹੱਥੀਂ ਪਾਲ ਕੇ ਸੰਭਾਲ ਕੇ ਤੋਰਨਾ। ਕੀ ਕਹਿ ਰਹੀ ਸੀ ਬੱਚੀ ਉਸ ਦਿਨ ਫਿਰ, ਜੇ ਗੱਲ ਕਰਦੇ ਆ ਕਿ ਉਹ ਵਕੀਲ ਗੱਲ ਕਰ ਰਿਹਾ ਸੀ ਇੰਗਲਿਸ਼ 'ਚ, ਬੱਚੀ ਸਮਝ ਰਹੀ ਸੀ? ਜੱਜ ਸਾਹਿਬ ਨੇ ਫਿਰ ਉਹਦੇ ਵਕੀਲ ਨੇ ਕਿਹਾ ਵੀ ਬੱਚੀ ਨੂੰ ਪੁੱਛੋ, ਬੱਚੀ ਸਾਡੇ ਕੋਲ ਬੈਠੀ ਹੈ ਇੱਥੇ ਤੇ ਬੱਚੀ ਨਾਲ ਗੱਲ ਕਰ ਲਓ। ਉਹਨਾਂ ਨੇ ਇਨਕਾਰ ਕਰਤਾ, ਬੱਚੀ ਨਾਲ ਅਸੀਂ ਗੱਲ ਨਹੀਂ ਕਰਦੇ। ਜਦੋਂ ਗੱਲ ਨਹੀਂ ਕੀਤੀ, ਸਮਝ ਰਹੀ ਸਾਰੀ ਵੀ ਹੁਣ ਉਹ ਸਮਝ ਨਹੀਂ ਵੀ ਉਹਦੇ ਹੱਕ 'ਚ ਕਰ ਰਹੇ ਸਾਰਾ, ਉੱਥੇ ਬੈਠੀ ਰੋਣ ਲੱਗ ਗਈ ਮਤਲਬ ਕਿ। ਬੱਚੀ ਨੂੰ ਲੈ ਕੇ ਗਏ ਆ, ਇਸ ਤੋਂ ਬਾਅਦ ਬੱਚੀ ਨਾਲ ਤੁਹਾਡੀ ਗੱਲਬਾਤ ਹੋਈ ਹੈ ਜੀ? ਨਹੀਂ, ਕੋਈ ਗੱਲਬਾਤ ਨਹੀਂ ਹੋਈ ਜੀ। ਉਹਨਾਂ ਨੇ ਸਾਡੇ ਸਾਰੇ ਫੋਨ ਮਤਲਬ ਕਿ ਉਸ ਬਾਤ 'ਤੇ ਬੰਦ ਕਰਤੇ, ਗੱਲ ਨਹੀਂ ਕਰਾਂਗੇ, ਬਲੌਕ ਲਿਸਟ ਪਾਤੇ ਸਾਰੇ phone। ਤੁਸੀਂ ਕੋਸ਼ਿਸ਼ ਨਹੀਂ ਕੀਤੀ ਕਿਸੇ ਰਿਸ਼ਤੇਦਾਰ ਭੈਣ ਭਰਾ ਰਾਹੀਂ ਬੱਚੀ ਨੂੰ ਮਿਲਿਆ ਜਾਵੇ? ਹਾਂਜੀ ਹਾਂ, ਮੈਂ ਮੇਰੀ ਭਾਂਜੀ ਨੂੰ ਤੇ ਉਹਦੀ ਕੁੜੀ ਨੂੰ ਭੇਜਿਆ ਵੀ ਚੱਲ ਤੁਸੀਂ ਤਾਂ ਦੇਖਿਆ ਉਹ ਬੱਚੀ ਨੂੰ। ਉਹ ਗਏ ਤੇ 10 ਮਿੰਟ ਪਹਿਲਾਂ ਹੀ ਨਿਕਲਿਆ ਉਹਦਾ ਚਾਚਾ ਤੇ ਇੱਕ ਉਹਦਾ ਦੋਸਤ ਲੈ ਕੇ ਕੁੜੀ ਨੂੰ ਗੱਡੀ 'ਚ ਬਾਹਰ। ਤੇ ਫਿਰ ਉਹਨਾਂ ਨੂੰ, ਉਹ ਵਿਚਾਰੀਆਂ ਉੱਥੇ ਰਾਤ ਵੀ ਰਹੀਆਂ। ਉਹਨਾਂ ਨੂੰ ਕਹਿੰਦੇ ਜਾਓ ਤੁਸੀਂ ਆਪਣੇ ਘਰ ਜਾਓ, ਸਵੇਰੀ ਉਹਦਾ ਦਾਦਾ ਕਹਿਣ ਲੱਗਾ ਵਨੀਤ ਦਾ, ਜਾਓ। ਉਹ ਕਹਿੰਦੇ ਵੀ ਅਸੀਂ ਰਹਿ ਜਾਂਦੇ ਹਾਂ, ਜੇ ਤੁਸੀਂ ਕਿੱਥੇ ਜਾਣਾ, ਤੁਹਾਡੇ ਘਰ 'ਚ ਕੋਈ ਨਹੀਂ। ਕਹਿੰਦੇ ਪਰਸੋਂ ਨੂੰ ਆਏਗੀ ਸਾਡੀ ਕੁੜੀ ਤਾਂ, ਉਹ ਤਾਂ ਆਪਣੇ ਬਾਪ ਕੋਲ ਰਹਿੰਦੀ ਆ, ਉੱਥੇ ਹੀ ਆਪਣੇ ਡੈਡੀ ਕੋਲ ਹੀ ਚਲੀ ਗਈ, ਗੋਲਡੀ ਕੋਲ, ਪਾਪਾ ਕੋਲ ਹੀ ਚਲੀ ਗਈ। ਉਹ ਕਹਿੰਦੇ ਪਾਪਾ ਕੋਲ ਹੀ ਚਲੀ ਗਈ, ਉੱਥੇ ਹੀ ਰਹਿੰਦੀ ਆ। ਉਹ ਕਹਿੰਦੇ ਵੀ ਚਲੋ ਕੋਈ ਨਹੀਂ, ਮੈਂ ਪਰਸੋਂ ਨੂੰ ਹੀ ਮਿਲ ਕੇ ਚਲੀ ਜਾਵਾਂਗੀ। ਉਹਨੂੰ ਜ਼ਬਰਦਸਤੀ ਮੇਰੀ ਭਾਂਜੀ ਨੂੰ ਕਹਿੰਦੇ ਨਾ ਜਾਓ, ਤੁਸੀਂ ਇੱਥੇ ਨਹੀਂ ਰਹਿਣਾ, ਸਾਡੇ ਘਰ ਜਾਓ। ਉਹਨਾਂ ਨੂੰ ਮਤਲਬ ਕਿ ਭਜਾਤਾ ਉੱਥੋਂ ਵੀ। ਤੇ ਬਾਅਦ 'ਚ ਮੇਰਾ ਭਾਂਜਾ ਮੁੜ ਕੇ ਛੋਟਾ ਆਇਆ, ਉਹ ਕਹਿੰਦਾ ਮਾਸੀ ਨੂੰ ਸਮਝਾ ਦੇ, ਅੱਗੇ ਆਪਣੇ ਸੁਪਰੀਮ ਕੋਰਟ ਅੱਗੇ ਕਦਮ ਨਾ ਚੱਕੇ ਕੋਈ, ਨਹੀਂ ਤਾਂ ਕਹਿੰਦਾ ਹੁਣ ਅਵਨੀਤ ਮੇਰੇ ਕਬਜ਼ੇ 'ਚ ਆ ਗਈ, ਮੈਂ ਬਹੁਤ ਕੁਝ ਕਰਾ ਦਾਂਗਾ ਮਾਸੀ ਨਾਲ। ਕਹਿੰਦਾ ਜੀ, ਇੱਦਾਂ ਦੀਆਂ ਧਮਕੀਆਂ ਮਾਰ ਰਿਹਾ ਉਲਟਾ, ਦੇਖ ਲਓ। ਜਿਵੇਂ ਤੁਸੀਂ ਦੱਸਦੇ ਸੀ ਬਠਿੰਡੇ ਨੂੰ ਜਾਂਦੇ ਸੀ, ਮਿਲਣ ਗਏ, ਉੱਥੇ ਰੁਕੇ, ਅੰਦਰ ਤਾੜਤਾ, ਬੱਚੀ ਨੇ ਫਿਰ ਫੋਨ ਕੀਤਾ। ਹੁਣ ਬੱਚੀ ਜਦੋਂ ਦੀ ਗਈ ਆ, ਉਹਨੇ ਕੋਸ਼ਿਸ਼ ਨਹੀਂ ਕੀਤੀ ਤੁਹਾਡੇ ਨਾਲ ਫੋਨ ਕਰਨ ਦੀ, ਤਾਲਮੇਲ ਕਰਨ ਦੀ ਜੀ? ਉਸ ਤਾਂ ਕਰਦੇ, ਉਹਨੂੰ ਫੋਨ ਹੀ ਨਹੀਂ ਦੇ ਰਹੇ ਮਤਲਬ। ਫੋਨ ਮੈਸੇਜ ਕੀਤਾ ਸੀ ਉਹਨੇ, ਬੱਚੀ ਨੇ ਇੱਕ, ਤੇ ਉਦੋਂ ਹੀ ਉਹਨੂੰ ਡਿਲੀਟ ਮਾਰ ਕੇ ਮੈਸੇਜ ਨੂੰ, ਫੋਨ ਨਹੀਂ ਹੈਗਾ, ਫੋਨ ਉਹਨੇ ਆਪਣੇ ਡੈਡੀ ਦੇ ਫੋਨ 'ਚੋਂ ਮੈਸੇਜ ਕੀਤਾ ਤੇ ਮੈਸੇਜ ਨੂੰ ਨਾਲ ਕੀ ਨਾਲ ਡਿਲੀਟ ਮਾਰ ਆਇਆ ਜੀ ਮੈਸੇਜ ਵਿੱਚ? ਮੈਸੇਜ ਤਾਂ ਅਸੀਂ ਪੜ੍ਹਨਾ ਨਹੀਂ ਲੱਗੇ, ਖੋਲਿਆ ਨਹੀਂ, ਪੜ੍ਹਿਆ ਹੀ ਨਹੀਂ ਗਿਆ। ਚਲੋ ਫਿਰ ਮੈਸੇਜ ਤਾਂ ਆਇਆ ਸੀ, ਫਿਰ ਉਹਨੂੰ ਨਾਲ ਕੀ ਨਾਲ ਡਿਲੀਟ ਕਰਤਾ ਉਹਨਾਂ ਨੇ। ਸਾਰੇ ਨੰਬਰ ਅਸੀਂ ਇੱਥੋਂ ਕਰਦੇ ਹਾਂ, ਬਲਾਕ ਲਿਸਟ 'ਚ ਪਾ ਰੱਖੇ ਆ ਜੀ। ਗੁਰਪ੍ਰੀਤ ਨੇ ਦੂਸਰੇ ਸਾਰੇ ਜਿੰਨੇ ਵੀ ਹੈਗੇ ਆ, ਤੇ ਗੱਲ ਨਹੀਂ ਕਰਦੇ। ਇੱਕ ਦਿਨ ਫਿਰ ਅਸੀਂ ਕਿਸੇ ਹੋਰ ਫੋਨ ਤੋਂ ਫੋਨ ਕੀਤਾ ਵੀ ਤੂੰ ਉਹਦੇ ਨਾਲ ਗੱਲ ਕਰਾ ਦੇ। ਜਦ ਮੈਂ ਇੰਨੀ ਗੱਲ ਕਰੀ ਬਨੀਤ ਨਾਲ ਗੱਲ ਕਰਾ ਦੇ, ਉਦੋਂ ਹੀ ਕੱਟ ਕੇ ਉਹ ਫੋਨ ਵੀ ਬਲਾਕ ਲਿਸਟ 'ਚ ਪਾਤਾ। ਮਤਲਬ ਕਿ ਤੁਸੀਂ ਸਿੱਧੇ ਤੌਰ ਤੇ ਨਹੀਂ ਜਾ ਕੇ ਕਿਸੇ ਰਿਸ਼ਤੇਦਾਰ ਭੈਣ ਭਰਾ ਨੂੰ ਲਿਜਾ ਕੇ ਮਿਲਣ ਦੀ ਕੋਸ਼ਿਸ਼ ਕੀਤੀ ਕਿ ਬੱਚੀ ਨੂੰ ਅਸੀਂ ਮਿਲਣਾ ਚਾਹੁੰਦੇ? ਰਿਸ਼ਤੇਦਾਰ ਭੇਜੇ ਸੀ ਜੀ, ਮਤਲਬ ਕਿ ਉਸ ਟਾਈਮ ਕੁੜੀ ਲੜਕੀ ਗਈ ਸੀ, ਉਹਨਾਂ ਨੂੰ ਜਵਾਬ ਦੇ ਦਿੱਤਾ, ਰਾਤ ਵੀ ਰਹੀ ਉਹਨੂੰ ਕਹਿੰਦੇ ਵੀ ਹਜੇ ਤਾਂ ਹੈ ਨਹੀਂ ਇੱਥੇ ਲੜਕੀ, ਅਸੀਂ ਤਾਂ ਆਪ ਹਸਪਤਾਲ ਚੱਲੇ ਹਾਂ ਤੇ ਤੂੰ ਇੱਥੋਂ ਜਾ। ਆ ਗਈ ਵਾਪਸ ਜੀ। ਤੁਹਾਨੂੰ ਕੀ ਲੱਗਦਾ ਜੀ ਬੱਚੀ ਆਪਣੇ ਬਾਪ ਕੋਲੇ ਖੁਸ਼ ਹੋਊਗੀ ਉੱਥੇ? ਨਹੀਂ, ਬਿਲਕੁਲ ਨਹੀਂ ਖੁਸ਼ ਹੋਣੀ ਜੀ। ਜੇ ਉਹ ਬੱਚੀ ਬਾਪ ਕੋਲ ਖੁਸ਼ ਹੁੰਦੀ ਤਾਂ ਉਹ ਲੁਕਾਉਂਦੇ ਕਿਉਂ ਫਿਰਦੇ, ਰਿਸ਼ਤੇਦਾਰਾਂ ਨੂੰ ਨਾ ਮਿਲਾਉਂਦੇ, ਕਿਸੇ ਨੂੰ ਮਿਲਣ ਕਿਉਂ ਨਹੀਂ ਦਿੰਦੇ ਬੱਚੀ ਨੂੰ? ਜੇ ਖੁਸ਼ ਹੈ ਤਾਂ ਬੱਚੀ ਨੂੰ ਮਿਲਣ ਦੇਣ ਨਾ। ਸਾਡੇ ਰਿਸ਼ਤੇਦਾਰ ਜਿਹੜੇ ਗਏ ਸੀ, ਉਹ ਬੱਚੀ ਨਾ ਕਹਿੰਦੀ ਮੈਂ ਤਾਂ ਜਾਊਂਗੀ, ਆਪਣੇ ਉਹਨੂੰ ਮੇਰੀ ਭਾਂਜੀ ਨੂੰ ਕਹਿੰਦੀ ਬੂਆ ਜੇ ਤੂੰ ਮੈਨੂੰ ਮਿਲਣ ਪਰਸੋਂ ਨੂੰ ਲੈਣ ਵਾਸਤੇ ਆਏਂਗੀ ਉੱਥੇ। ਉਹ ਕਹਿੰਦੀ ਪਰਸੋਂ ਨੂੰ ਮੈਂ ਤੈਨੂੰ ਲੈਣ ਆਵਾਂਗੀ। ਫਿਰ ਉਹ ਤੀਜੇ ਦਿਨ ਹੀ ਗਈ ਸੀ ਮਿਲਣ ਵਾਸਤੇ ਉਹਨੂੰ, ਬੱਚੀ ਨੂੰ, ਤੇ ਉਹਨੂੰ ਵੀ ਨਹੀਂ ਮਿਲਣ ਦਿੱਤਾ। ਜਦੋਂ ਮਿਲਣ ਹੀ ਨਹੀਂ ਦਿੰਦੇ, ਫਿਰ ਉਹ ਵੀ ਡਰ ਕੇ ਭੱਜਿਆ ਹੀ। ਕਹਿੰਦੀ ਇਹਨਾਂ ਦਾ ਤਾਂ ਇਹ ਨਹੀਂ ਪਤਾ ਮੇਰੇ ਤੇ ਹੀ ਚੋਰੀ ਦਾ ਇਲਜ਼ਾਮ ਲਾ ਦੇਣ। ਤੁਹਾਨੂੰ ਪਤਾ ਸੀ ਕਿ ਹਾਈ ਕੋਰਟ ਦੇ ਵਿੱਚ ਕੇਸ ਚਲਾ ਗਿਆ ਵੀ ਇਸ ਤਰ੍ਹਾਂ ਹੋ ਸਕਦਾ, ਬੱਚੀ ਸਾਡੇ ਤੋਂ ਦੂਰ ਹੋ ਸਕਦੀ ਹੈ? ਤੁਹਾਨੂੰ ਪਤਾ ਸੀ ਕਿਤੇ? ਨਾ, ਸਾਨੂੰ ਬਿਲਕੁਲ ਨਹੀਂ ਪਤਾ ਸੀ। ਸਾਨੂੰ ਇਹ ਸੀ ਵੀ ਜਦੋਂ ਸਾਡੀ ਬੱਚੀ ਨੇ ਸੱਚੇ ਬਿਆਨ ਦਿੱਤੇ, ਸਾਡੀ ਬੱਚੀ ਨੇ ਕਿਹੜਾ CW ਵਾਲੇ ਇਹ ਕਹਿੰਦੇ ਵੀ ਐਨੇ ਵਧੀਆ ਬੱਚੀ ਨੇ, ਜਦੋਂ ਬੱਚੀ ਨੇ ਸਾਰਾ ਕੁਝ ਸੱਚ ਦੱਸਿਆ, ਵਧੀਆ ਤਰ੍ਹਾਂ ਦੱਸਿਆ, ਵੀ ਸਾਨੂੰ ਇਹ ਸੀ ਵੀ ਸਾਡੀ ਬੱਚੀ ਸਾਡੇ ਤੋਂ ਕਿਵੇਂ ਦੂਰ ਚਲੀ ਜਾਏਗੀ। ਜਦੋਂ ਬੱਚੀ ਨੇ ਸਾਰਾ ਕੁਝ ਸੱਚ ਦੱਸਤਾ ਉੱਥੇ, ਤੇ ਅੱਗੇ ਕੋਰਟ ਵਾਲੇ ਲੈਣਗੇ, ਉੱਥੇ ਵੀ ਸੱਚ ਦੱਸੂਗੀ ਬੱਚੀ। ਜਦੋਂ ਜੱਜ ਸਾਹਿਬ ਨੇ ਕੋਈ ਉਸ ਤੋਂ ਵਿਚਾਰੀ ਤੋਂ ਕੁਐਸਚਨ ਹੀ ਨਹੀਂ ਕੀਤਾ, ਕੁਝ ਪੁੱਛਿਆ ਹੀ ਨਹੀਂ ਉਹਨੂੰ, ਤਾਂ ਇੰਨਾ ਮੇਰੀ ਬੱਚੀ ਤਾਂ ਮੈਨੂੰ ਕਹਿੰਦੀ ਮੰਮੀ ਐਦਾਂ ਦੀ ਕੋਈ ਮਾਂ ਨਹੀਂ ਡੈਣ ਹੋਣੀ ਜਿਹੜੀ ਆਪਣੀ ਬੱਚੀ ਨੂੰ ਇਕੱਲੀ ਨੂੰ ਉੱਤੇ ਭੇਜ ਰਹੀ ਆ।
ਬਹੁਤ ਔਖਾ ਜੀ, ਬੜਾ ਔਖਾ ਹੱਥੀਂ ਪਾਲ ਕੇ ਬੱਚੀ ਨੂੰ ਤੋਰਨਾ। ਤੁਹਾਡੀ ਧਿਰ ਵੱਲੋਂ ਤੁਸੀਂ ਵਕੀਲ ਖੜਾ ਕੀਤਾ ਸੀ ਬਰਾਬਰ ਜਦੋਂ ਹਾਈ ਕੋਰਟ 'ਚ ਕੇਸ ਚੱਲਿਆ ਸੀ ਜੀ? ਹਾਂਜੀ ਹਾਂਜੀ ਵਕੀਲ ਕੀਤਾ ਸੀ। ਉਸ ਤੋਂ ਬਾਅਦ ਡਬਲ ਬੈਂਚ 'ਚ ਫਿਰ ਅਪੀਲ ਪਾਈ ਸੀ। ਤੁਹਾਡੇ ਵਕੀਲ ਸਾਹਿਬ ਦੀ ਦਲੀਲ ਨਹੀਂ ਸੀ ਕਿ ਬੱਚੀ ਦੇ ਬਿਆਨ ਲਏ ਜਾਣ ਜੀ? ਹੈਗੀ ਸੀ, ਜੱਜ ਸਾਹਿਬ ਨੇ ਮੰਨੀ ਨਹੀਂ ਗੱਲ, ਇਹ ਮਤਲਬ ਕਿ ਨਹੀਂ ਬਿਆਨ ਲੈਣਾ ਜੀ ਹਾਂ। ਦੁਬਾਰਾ ਡਬਲ ਬੈਂਚ 'ਚ ਜਦੋਂ ਪਾਈ ਆ ਉਦੋਂ ਵੀ ਵਕੀਲ ਸਾਹਿਬ ਨੇ ਕਿਹਾ ਬੱਚੀ ਬੈਠੀ ਹੈ, ਬੱਚੀ ਨੂੰ ਵੀ ਪੁੱਛੋ, ਲੇਕਿਨ ਉਹ ਕਹਿੰਦੇ ਨਹੀਂ ਪੁੱਛਦੇ ਸੀ, ਉਹਨਾਂ ਦੀ ਮਰਜ਼ੀ ਹੈ ਜੱਜ ਸਾਹਿਬ ਦੀ, ਤਾਂ ਉਹਨਾਂ ਦੀ ਆਪਾਂ ਕੁਝ ਕਹਿ ਨਹੀਂ ਸਕਦੇ ਇਹਦੇ ਬਾਰੇ। ਭੈਣ ਜੀ ਤੁਸੀਂ ਵੀ ਰੋ ਰਹੇ ਹੋ ਸਕਦਾ ਬੱਚੀ ਕਿੰਨੀ ਕਿ ਤੁਹਾਨੂੰ ਮਿਲਣ ਨੂੰ ਤਾਂਘ ਰੱਖਦੀ ਹੋਵੇ, ਤੜਫਦੀ ਹੋਵੇ, ਤੁਸੀਂ ਕੀ ਚਾਹੁੰਦੇ ਹੋ ਹੁਣ? ਮੇਰੀ ਬੱਚੀ ਮੈਨੂੰ ਜਦੋਂ ਪਹਿਲਾਂ ਆਈ ਸੀ ਕਹਿੰਦੀ ਮੰਮੀ ਮੈਂ ਸਾਰੀ ਰਾਤ ਨਹੀਂ ਸੌਂਦੀ ਸੀ, ਜਿਸ ਦਿਨ ਤੋਂ ਤੁਹਾਨੂੰ ਕੁੱਟ ਕੇ ਕੱਢਿਆ ਸੀ ਨਾ ਘਰ ਤੋਂ, ਮੈਂ ਸਾਰੀ ਰਾਤ ਨਹੀਂ ਸੌਂਦੀ ਸੀ। ਮੰਮੀ ਕਹਿੰਦੀ, ਮੈਨੇ ਕਿਹਾ ਬੱਚੇ ਮੈਂ ਵੀ ਨਹੀਂ ਸੌਂਦੀ ਸੀ, ਮੈਨੂੰ ਲੱਗਦਾ ਵੀ ਜਿਵੇਂ ਮੈਂ ਤੜਪ ਰਹੀ ਹਾਂ ਮੇਰੀ ਬੱਚੀ ਵੀ ਇਸ ਤਰ੍ਹਾਂ ਹੀ ਤੜਪ ਰਹੀ ਹੋਣੀ, ਜ਼ਰੂਰ ਤੜਪ ਰਹੀ ਹੋਣੀ। ਬਿਲਕੁਲ ਜੀ। ਤਾਂ ਦਰਸ਼ਕੋ ਇਹ ਉਹ ਮਾਂ ਰਾਜ ਕੌਰ ਜਿਸ ਨੇ ਬੱਚੀ ਨੂੰ ਇੱਥੇ 9 ਮਹੀਨਿਆਂ ਦੀ ਲੈ ਕੇ ਆਂਦੀ। ਮਨੋਹਰ ਲਾਲ ਜੀ ਵੀ ਸਾਡੇ ਨਾਲ, ਇਹਨਾਂ ਨੇ ਵੀ ਗੱਲਬਾਤ ਕੀਤੀ ਹੈ। ਬੱਚੀ ਦੀ ਮਾਂ ਉਸ ਬੱਚੀ ਨੂੰ ਛੱਡ ਕੇ ਚਲੀ ਜਾਂਦੀ ਹੈ, ਇਹਨਾਂ ਦੀ ਭੈਣ ਦੀ ਮੌਤ ਹੋ ਜਾਂਦੀ ਹੈ। ਤਾਂ ਉਸ ਤੋਂ ਬਾਅਦ ਪਰਿਵਾਰ ਦੀ ਸਹਿਮਤੀ ਬਣਦੀ ਹੈ ਕਿ ਬੱਚੀ ਨੂੰ ਇੱਥੇ ਜਲਾਲਪੁਰ ਪਿੰਡ ਦੇ ਵਿੱਚ ਲਿਆਂਦਾ ਜਾਵੇ, ਇੱਥੇ ਉਸ ਦੀ ਦੇਖ ਰੇਖ ਕੀਤੀ ਜਾਵੇ, ਸਾਂਭ ਸੰਭਾਲ ਕੀਤੀ ਜਾਵੇ, ਪਰਵਰਿਸ਼ ਕੀਤੀ ਜਾਵੇ। ਬੱਚੀ ਨੂੰ ਪਾਲਦੇ ਨੇ 9 ਮਹੀਨਿਆਂ ਤੋਂ 9 ਸਾਲ ਦੀ ਬੱਚੀ ਹੁੰਦੀ ਹੈ, ਸਕੂਲ ਪੜ੍ਹਨੇ ਪਾਉਂਦੇ ਆ, ਇਹਨਾਂ ਲਗਾ ਤੇ ਪਿਆਰ ਹੋ ਜਾਂਦਾ ਕਿ ਇੱਕ ਦੂਜੇ ਤੋਂ ਦੂਰ ਨਹੀਂ ਰਹਿ ਪਾਉਂਦੇ। ਇਸ ਦੇ ਉਸ ਬੱਚੀ ਦੇ ਬਾਪ ਨੇ ਅਦਾਲਤ ਦੇ ਵਿੱਚ ਗਿਆ, ਅਦਾਲਤ ਦੇ ਵਿੱਚ ਕੇਸ ਦਾਇਰ ਕੀਤਾ ਔਰ ਬੱਚੀ ਨੂੰ ਆਪਣੇ ਪਿੰਡ ਸੁਨਾਮ ਲੈ ਗਿਆ। ਅੱਜ ਇਹ ਮਾਂ-ਬਾਪ ਜਿਹੜੇ ਪਾਲਣ ਵਾਲੇ ਆ ਤੜਫ ਰਹੇ ਨੇ, ਬੱਚੀ ਨੂੰ ਮਿਲਣਾ ਚਾਹੁੰਦੇ ਆ, ਆਪਣੇ ਕੋਲ ਰੱਖਣਾ ਚਾਹੁੰਦੇ ਆ। ਇਹ ਕਹਿੰਦੇ ਆ ਕਿ ਬੱਚੀ ਵੀ ਤੜਫਦੀ ਹੋਵੇਗੀ, ਉੱਥੇ ਸਾਨੂੰ ਮਿਲਦੀ ਤਾਂਘ ਰੱਖਦੀ ਹੋਵੇਗੀ। ਬੱਚੀ ਨੇ ਕੋਈ ਮੈਸੇਜ ਕੀਤਾ, ਇਹ ਕਹਿੰਦੇ ਉਹ ਵੀ ਡਿਲੀਟ ਕਰਤਾ। ਵਾਰ-ਵਾਰ ਅਸੀਂ ਫੋਨ ਕਰਨ ਦੀ ਟਰਾਈ ਕਰ ਰਹੇ ਹਾਂ ਪਰ ਸਾਡੇ ਨਾਲ ਉਸ ਦਾ ਬਾਪ, ਇਹਨਾਂ ਦਾ ਭਾਂਜਾ, ਉਸ ਬੱਚੀ ਦਾ ਬਾਪ ਗੱਲ ਨਹੀਂ ਕਰਵਾ ਪਾ ਰਿਹਾ। ਇਹ ਪਰਿਵਾਰ ਅੱਜ ਟੁੱਟ ਚੁੱਕਾ ਹੈ, ਗਹਿਰੇ ਸਦਮੇ 'ਚ ਆ। ਪਰਿਵਾਰ ਤੜਫ ਰਿਹਾ ਹੈ ਬੱਚੀ ਨੂੰ ਮਿਲਣ ਵਾਸਤੇ, ਪਰ ਅਸੀਂ ਉਸ ਬੱਚੀ ਕੋਲ ਇੱਕ ਵਾਰ ਜਾਵਾਂਗੇ, ਉਸ ਦੇ ਬਾਪ ਨਾਲ ਔਰ ਬੱਚੀ ਨਾਲ ਗੱਲਬਾਤ ਕਰਾਂਗੇ ਕਿ ਆਖਰ ਬੱਚੀ ਰਹਿਣਾ ਕਿੱਥੇ ਚਾਹੁੰਦੀ ਹੈ। ਤਾਂ ਦਰਸ਼ਕੋ ਹੋਰ ਪਿੰਡ ਵਾਸੀ ਵੀ ਸਾਡੇ ਨਾਲ ਨੇ ਜੋ ਕਿ ਮਨੋਹਰ ਲਾਲ ਦੇ ਗੁਆਂਢੀ ਨੇ। ਹਰਦੀਪ ਸਿੰਘ ਸਾਡੇ ਨਾਲ ਹੈ, ਕੀ ਕਹਿਣਾ ਚਾਹੁੰਦੇ ਸੀ ਤੁਸੀਂ? ਮੈਂ ਤਾਂ ਇਹ ਕਹਿਣਾ ਚਾਹੁੰਦਾ ਜੀ ਵੀ ਇਹਨਾਂ ਨੇ ਬੱਚੀ 8-9 ਮਹੀਨਿਆਂ ਦੀ ਲਿਆ ਕੇ ਪਾਲੀ ਪੜ੍ਹਾਈ। ਮੇਰੀ ਉੱਥੇ ਮੋੜ ਤੇ ਸ਼ੌਪ ਆ, ਮੈਂ ਉੱਥੇ ਬੈਠਿਆ ਰਹਿੰਦਾ। ਇਹ ਟਿਊਸ਼ਨ 'ਤੇ ਲੈ ਕੇ ਜਾਣਾ, ਉਹਨੂੰ ਖਿਡਾਉਣ ਵਾਸਤੇ ਗੱਡੀਆਂ 'ਚ ਘੁਮਾਉਣਾ। ਪਰ ਉਹਨਾਂ ਦੇ ਹੁਣ ਭਾਣਜੇ ਦੇ ਸਾਲੇ ਦਾ ਵਿਆਹ ਸੀ ਇੱਥੇ ਮੇਰੇ ਘਰ ਦੇ ਨਾਲ, ਉਹ ਵਿਆਹ 'ਚ ਲੈ ਕੇ ਆਏ। ਉਹਨਾਂ ਨੇ ਅੰਦਰੋਂ ਗੱਡੀ 'ਚ ਤਾਰੀ ਲੁਕੋ ਕੇ ਅੰਦਰੇ ਰੱਖੀ, ਉੱਥੇ ਬੰਦੇ ਖੜਾਏ ਵੀ ਇਹ ਉਹਨੂੰ ਆਉਂਦੀ ਜਾਂਦੀ ਨੂੰ ਦੇਖ ਨਾ ਲਵੇ। ਤਾਂ ਇਹਨਾਂ ਨੂੰ ਕਿਸੇ ਨੂੰ ਦੱਸਤਾ ਵੀ ਬੱਚੀ ਆਈ ਹੈ, ਇਹਨਾਂ ਨੂੰ ਐਂ ਸੋਚਿਆ ਵੀ ਚਲੋ ਅਸੀਂ ਸਾਈਕਲ ਦੇਖ ਲਈਏ ਦੂਰੋਂ। ਇਹ ਮੇਰੇ ਕੋਲ ਜਾ ਕੇ ਘੰਟਾ 2 ਘੰਟੇ ਬੈਠੇ ਰਹੇ। ਮੈਨੂੰ ਫੋਨ ਵੀ ਕੀਤਾ ਵੀ ਜੇ ਬੱਚੀ ਬਾਹਰ ਨਿਕਲੇਗੀ ਖੇਡਦੀ ਤਾਂ ਮੈਨੂੰ ਦੱਸਦੀ ਵੀ ਮੈਂ ਉਹਨੂੰ ਦੂਰੋਂ ਵੇਖ ਜਾਵਾਂਗੀ। ਤਾਂ ਉਹਨਾਂ ਬੰਦਿਆਂ ਨੂੰ ਕਿਸੇ ਸ਼ਰਾਰਤੀ ਅਨਸਰ ਨੇ ਐਂ ਦੱਸਤਾ ਵੀ ਉਹ ਉੱਥੇ ਬੈਠੀ ਆ। ਉਹਨਾਂ ਬੰਦਿਆਂ ਨੇ ਇਸ ਤਰ੍ਹਾਂ ਐਡੀ ਮੰਤਰੀਆਂ ਦੇ ਸਿਕਿਉਰਿਟੀ ਨਹੀਂ ਸੀ ਜਿੱਦਾਂ ਉਹਦੇ ਗੁੱਡੀ ਦੇ ਲਾਈ ਗਈ। ਉਹਨੂੰ ਅੰਦਰੋਂ ਨਹੀਂ ਨਿਕਲਣ ਦਿੱਤਾ ਬਾਹਰ। ਵਿਚਾਰੀ ਉੱਥੇ 2-3 ਘੰਟੇ ਰੋ ਕੇ ਉੱਥੋਂ ਫਿਰ ਅਸੀਂ ਇਹਨੂੰ ਘਰ ਭੇਜਤਾ ਵੀ ਆਪਣੀਆਂ ਅੱਖਾਂ ਤੁਸੀਂ ਕਾਹਨੂੰ ਗੁਮਾ ਰਹੇ ਆ, ਵੀ ਤੁਸੀਂ ਰੋਣੇ ਦਾ ਕੋਈ ਫਾਇਦਾ ਨਹੀਂ ਵਾ। ਵੀ ਜਦੋਂ ਉਹਨਾਂ ਦੇ ਕਬਜ਼ੇ 'ਚ ਆ ਗਈ ਵੀ ਸਾਨੂੰ ਤਾਂ ਇਹੀ ਆ। ਇਹ ਜਿਹੜੀ ਗੱਲਬਾਤ ਹੋਈ ਆ ਜਿਹੜਾ ਕੋਰਟ ਦੇ ਫੈਸਲੇ ਤੋਂ ਬਾਅਦ ਲੈ ਕੇ ਗਏ, ਉਸ ਤੋਂ ਬਾਅਦ ਇਹ ਪਰਸੋਂ ਦੀ ਗੱਲ ਆ ਜੀ। ਪਰਸੋਂ ਮੈਰਿਜ ਸੀਗੀ ਜੀ, ਹਾਂ, ਉਹਦੇ ਸਾਲੇ ਦੀ, ਉਹਦੇ ਚਾਚੇ ਦੇ ਸਾਲੇ ਦੀ ਜੀ, ਗੁੱਡੀਆ ਦੇ ਜੀ। ਬੱਚੀ ਕਿਸ ਤਰ੍ਹਾਂ ਸੀ, ਤੁਹਾਨੂੰ ਹੁਲੀਆ ਕਿਸ ਤਰ੍ਹਾਂ ਲੱਗਿਆ? ਬੱਚੀ ਖੁਸ਼ ਸੀ ਜਾਂ ਫਿਰ ਬੱਚੀ ਉਦਾਸ ਸੀ? ਸਾਗਲੇ ਨਹੀਂ ਦਿਖਣ ਦਿੱਤੇ ਜੀ, ਅੰਦਰੇ ਤਾਰੀ ਆ ਗੱਡੀ ਬਾੜ ਕੇ, ਕੋਠੀ ਦੇ ਅੰਦਰੇ ਤਾਰੀ ਆ, ਬਾਹਰ ਨਹੀਂ ਨਿਕਲਣ ਦਈ ਉਹਨਾਂ ਨੇ। 1-2 ਵਾਰੀ ਬੱਚਿਆਂ ਨਾਲ ਨਿਕਲੀ ਹੋਣੀ, ਸਾਨੂੰ ਨਹੀਂ ਨਜ਼ਰ ਆਈ, ਪਰ ਉਹਨਾਂ ਨੇ ਅੰਦਰ ਤੋਂ ਬਾਹਰ ਨਹੀਂ ਨਿਕਲਣ ਦਿੱਤੀ। ਕੋਸ਼ਿਸ਼ ਨਹੀਂ ਕੀਤੀ ਤੁਸੀਂ? ਨੇੜੇ ਸੀ ਕੋਠਿਆਂ ਦੇ ਵੀ, ਮੈਂ ਕੋਠੇ ਦੇ ਵੀ ਚੜਿਆ, ਇਹਨਾਂ ਨੇ ਮੈਨੂੰ ਫੋਨ ਨੰਬਰ ਵੀ ਦਿੱਤਾ, ਮੈਂ ਕੋਠੇ ਦੇ ਵੀ ਚੜ ਕੇ ਉਹਨਾਂ ਦੇ ਘਰ ਦੇਖਦਾ ਰਿਹਾ, ਪਰ ਉਹਨਾਂ ਪੂਰੀ ਸਖਤਾਈ ਸੀਗੀ। ਫਿਰ ਉਹਨਾਂ ਨੇ ਰਾਤ ਨੂੰ ਹੀ 10-11 ਵਜੇ ਜਦ ਚੁੱਪ ਚਪੈਣ ਹੋ ਗਈ, ਉਹਨਾਂ ਨੇ ਰਾਤ ਇਹਨੂੰ ਕੱਢਤੀ। ਬੱਚੀ ਵੀ ਉਹ ਗੇੜੇ ਮਾਰ ਰਹੇ ਆ ਦੇਖਣ ਵਾਸਤੇ। ਉਹ ਫਿਰ ਸਵੇਰੀ ਬਰਾਤ ਵੀ ਦੇ ਚੜੀ ਆ ਮੇਰੇ ਗੇਟ ਦੇ ਮੂਹਰੇ, ਮੈਂ ਉਹ ਵੀ ਵੇਖੀ ਆ। ਬੱਚੀ ਉਹਨਾਂ ਦੀ ਕੋਈ ਗੱਡੀ 'ਚ ਨਹੀਂ ਸੀਗੀ, ਉਹਨਾਂ ਨੇ ਰਾਤੋਂ ਰਾਤ ਕੱਢਤੀ ਵੀ ਸਵੇਰੀ ਉੱਧਰ ਦੀ ਉੱਧਰੇ ਬਰਾਤ 'ਚ ਆ ਜਾਊ। ਪਰ ਇਹਨਾਂ ਮਾਪਿਆਂ ਦੇ ਮਨ 'ਚ ਐਡੀ ਤੜਫਾ ਤਾਂਗਾ ਮਿਲ ਨੂੰ ਰੱਖਣਾ ਚਾਹੁੰਦੇ ਆ, ਫਿਰ ਉਹ ਬਾਪ ਇਸ ਤਰ੍ਹਾਂ ਕਿਉਂ ਕਰਦਾ? ਦੇਖੋ ਜੀ, ਹੁਣ ਚੱਕ ਚਕਾਈਆਂ 'ਚ ਆ ਗਿਆ ਉਹ। ਪਹਿਲਾਂ ਤਾਂ ਸਹਿਮਤ ਸੀਗਾ ਇਹਨਾਂ ਨਾਲ, ਹੁਣ ਇਹਨੇ 8-9 ਸਾਲ ਇਹਨਾਂ ਨੇ ਸੇਵਾ ਕਰੀ, ਪੜ੍ਹਾ ਰਹੇ ਆ, ਲਿਖਾ ਰਹੇ ਆ। ਹੁਣ ਉਹ ਕਿਸੇ ਦੇ ਆਈਆਂ ਤੇ ਆ ਕੇ ਜੀ ਹੁਣ ਉਹ ਮਨ ਬਦਲ ਗਿਆ ਉਹਦਾ। ਅਸੀਂ ਤਾਂ ਇਹੀ ਕਹਾਂ ਵੀ ਜਿਸ ਤਰ੍ਹਾਂ ਇਹਨਾਂ ਨੇ ਪੜ੍ਹਾਈ ਲਿਖਾਈ ਆ, ਬੱਚੀ ਇਹਨਾਂ ਨੂੰ ਮਿਲਣੀ ਚਾਹੀਦੀ ਆ। ਸਾਡਾ ਸਾਰਾ ਪਿੰਡ ਇਹਨਾਂ ਦੇ ਨਾਲ ਗਵਾਹੀ ਦੇਣ ਨੂੰ ਤਿਆਰ ਆ। ਬਿਲਕੁਲ ਜੀ, ਸਾਰਾ ਪਿੰਡ ਅਗਵਾਹੀ ਭਰ ਰਿਹਾ ਕਿ ਬੱਚੀ ਇਹਨਾਂ ਮਾਪਿਆਂ ਕੋਲ ਰਹਿਣੀ ਚਾਹੀਦੀ ਹੈ। ਤਾਂ ਦਰਸ਼ਕੋ, ਜਿਸ ਬੱਚੀ ਅਵਨੀਤ ਕੌਰ ਨੂੰ ਇਸ ਥਾਂ ਤੋਂ
ਜਲਾਲਪੁਰ ਪਿੰਡ ਤੋਂ ਸਨਾਮ ਗੁਰਪ੍ਰੀਤ ਸਿੰਘ ਗੋਪੀ ਲੈ ਕੇ ਗਿਆ। ਅਸੀਂ ਉਸੇ ਥਾਂ ਤੇ ਖੜੇ ਹਾਂ ਜੋ ਕਿ ਮਨੋਹਰ ਲਾਲ ਦਾ ਘਰ ਹੈ, ਉਹਨਾਂ ਦੇ ਗੁਆਂਢੀ ਵੀ ਸਾਡੇ ਨਾਲ ਨੇ। ਕਿਸ ਤਰ੍ਹਾਂ ਤੁਹਾਨੂੰ ਲੱਗਦਾ ਜੀ? ਦੇਖੋ, ਇਸ ਥਾਂ ਤੋਂ ਅਮਨੀਤ ਕੌਰ ਨੂੰ, ਬੱਚੀ ਨੂੰ, ਉਸਦਾ ਬਾਪ ਲੈ ਗਿਆ। ਵੱਡੀ ਗਿਣਤੀ 'ਚ ਮੁਹੱਲਾ ਵਾਸੀ ਵੀ ਇਕੱਠੇ ਆ, ਪਰਿਵਾਰ ਸਦਮੇ 'ਚ ਆ, ਪਰਿਵਾਰ ਉਸ ਬੱਚੀ ਦੇ ਵਿਛੋੜੇ 'ਚ ਆ ਵੀ ਕੀ ਬਣ ਗਿਆ ਸਾਡੇ ਨਾਲ, ਸਾਨੂੰ ਪਤਾ ਹੀ ਨਹੀਂ ਸੀਗਾ। ਕਿਸ ਤਰ੍ਹਾਂ ਇਹ ਪਰਵਰਿਸ਼ ਕਰਦਾ ਸੀ ਬੱਚੀ? ਦੇਖੋ ਜੀ, ਅਸੀਂ ਤਾਂ ਇਹ ਚਾਹੁੰਦੇ ਹੀ ਨਹੀਂ ਸੀਗੇ ਵੀ ਬੱਚੀ ਇੱਥੋਂ ਵੱਖ ਹੋ ਜਾਏਗੀ ਜੀ। ਉਹ ਬੱਚੀ ਇੱਥੇ ਛੋਟੀ ਆਈ, ਅਸੀਂ ਬਿਲਕੁਲ ਦੇਖਦੇ ਰਹੇ ਜੀ। ਇਹਨਾਂ ਨੇ ਸਾਰੇ ਪਰਿਵਾਰ ਇਹ ਪਾਲਿਆ ਜੀ, ਇਹ ਚੁੰਗਣੀ ਨਾਲ ਦੁੱਧ ਪਿਲਾ ਕੇ ਜੀ। ਉਹਨੂੰ ਕਦੇ ਇੱਧਰ ਲਿਜਾਂਦੇ ਜੀ ਖਿਲਾਉਣ ਵਾਸਤੇ, ਕਦੇ ਇੱਧਰ। ਬੇਟੇ ਇਹਨਾਂ ਦੀ ਬੇਟੀ, ਇਹਨਾਂ ਨੇ ਆਪ ਵਿਚਾਰੇ ਨੇ ਬਹੁਤ ਸੇਵਾ ਕਰੀ ਜੀ ਉਹ। ਪਰ ਉਹ ਪੜ੍ਹਨ ਜਦ ਟਿਊਸ਼ਨ ਤੇ ਲੈ ਕੇ ਜਾਂਦੇ ਤਾਂ ਵੀ ਕਦੇ ਇੱਕ ਮੋਟਰਸਾਈਕਲ ਤੇ ਛੱਡ ਕੇ ਜਾਂਦੇ ਜਾਂ ਗੱਡੀ ਤੇ ਲੈ ਕੇ ਜਾਂਦੇ ਜੀ। ਪਰ ਹੁਣ ਪਤਾ ਨਹੀਂ ਕੀ ਹੋਇਆ, ਉਹਨਾਂ ਨੂੰ 9 ਸਾਲ ਬਾਅਦ ਜੀ ਉਹ ਹੁਣ ਇੱਥੋਂ ਲੈ ਕੇ ਚਲੇ ਗਏ ਜੀ। ਅਸੀਂ ਤਾਂ ਇਹ ਚਾਹੁੰਦੇ ਨਹੀਂ ਸੀਗੇ ਵੀ ਇਹ ਕੰਮ ਹੋ ਜਾਏਗਾ ਇਹ ਜੀ। ਹੋਣਾ ਕੀ ਚਾਹੀਦਾ ਸਹੀ ਮੈਨੇ ਤੁਹਾਡੇ? ਉੱਥੇ ਰਹਿਣੀ ਚਾਹੀਦੀ ਬੱਚੀ ਕਿ ਇੱਥੇ ਰਹਿਣੀ? ਇਹਨਾਂ ਬੰਦਿਆਂ ਨੇ ਇੰਨਾ ਸੇਵਾ ਕਰੀ, ਛੋਟੇ ਹੁੰਦੇ ਤੇ ਪਾਲੀ ਜੀ। ਅਸੀਂ ਤਾਂ ਕਹਿੰਦੇ ਬੱਚੀ ਇੱਥੇ ਹੀ ਰਹਿੰਦੀ ਜੀ। ਇਹ ਕਹਿੰਦੇ ਵੀ ਅਸੀਂ ਆਪੀ ਵਿਆਹ ਹੁੰਦਾ ਜੀ। ਅੱਛਾ, ਬੱਚੀ ਰਹਿ ਕੇ ਵੀ ਇੱਥੇ ਖੁਸ਼ੀ ਸੀਗੀ ਜੀ। ਇੱਥੇ ਹੀ ਬੱਚੀ ਹਰ ਟਾਈਮ ਖੇਡਦੀ ਰਹੀ ਸੀ ਉਹ ਜੀ। ਤੁਸੀਂ ਇਹਨਾਂ ਦੇ ਗੁਆਂਢ ਰਹਿੰਦੇ ਹੋ? ਸਾਡਾ ਖੇਤ ਅੱਗੇ ਜੀ, ਸਾਡਾ ਰਸਤਾ ਇਹ ਆ ਜੀ। ਹਾਂ ਜੀ। ਜਾਨੀ ਚੰਗੀ ਪਰਵਰਿਸ਼ ਇੱਥੇ ਬੱਚੀ ਦੀ ਹੋ ਰਹੀ ਮੈਂ ਸੀ? ਕਿਹਾ ਪੂਰੀ ਪਰਵਰਿਸ਼ ਹੋਈ ਉਸ ਬੱਚੀ ਉਹ ਦੀ। ਖੁਸ਼ ਵੀ ਸੀ? ਬੱਚੀ ਪੂਰੀ ਖੁਸ਼ ਸੀ ਜੀ ਇੱਥੇ ਰਹਿ ਕੇ ਜੀ। ਹਾਂ, ਅਸੀਂ ਤਾਂ ਹੁਣ ਵੀ ਕਹਿੰਦੇ ਬੱਚੀ ਇੱਥੇ ਰਹੇ ਜੀ, ਵਿਚਾਰੀ ਉਹ ਪੂਰੀ ਖੁਸ਼ ਰਹੇ ਜੀ। ਹੁਣ ਹੋਰ ਵੀ ਆਂਢੀ ਗੁਆਂਢੀ ਇੱਥੇ ਨਾਲ ਆ ਸਾਡੇ ਨਾਲ, ਭੈਣ ਇਹਨਾਂ ਨਾਲ ਗੱਲਬਾਤ ਕਰਦੇ ਆ। ਭੈਣੇ, ਕਿਸ ਤਰ੍ਹਾਂ ਤੁਸੀਂ ਦੇਖਦੇ ਸੀ ਬੱਚੀ ਖੁਸ਼? ਜੀ ਵੀ ਇੱਥੇ ਰਹਿੰਦੀ ਸੀ, ਐਨ ਸਹੀ ਸਲਾਮਤ ਰੱਖਦੇ ਜੀ। ਇਹ ਰੋਟੀ ਪਾਣੀ ਇਹਨਾਂ ਨੇ ਆਪਣੇ ਨਾਲ ਖਾਣਾ, ਬੱਚੇ ਨੂੰ ਆਪਣੇ ਨਾਲ ਸਲਾਉਣਾ ਹੈ ਤੇ ਆਪਣੀ ਚੰਗੇ ਇਹਨਾਂ ਨੇ ਸੇਵਾ ਕਰਨੀ ਅਤੇ ਨਾਲ ਨਾਲ ਉਹਨੂੰ ਰੱਖਣਾ। ਕਿਸੇ ਪਾਸੇ ਉਧਰ ਉਧਰ ਨਹੀਂ ਹੋਣ ਦੇਣੀ ਉਹਨੂੰ ਬਿਲਕੁਲ ਵੀ। ਜੇ ਕਿਤੇ ਜਾਣਾ ਤਾਂ ਵੀ ਉਹਨੂੰ ਨਾਲ ਲੈ ਕੇ ਜਾਣਾ, ਘਰ ਨਹੀਂ ਛੱਡ ਕੇ ਜਾਂਦੀ ਸੀ। ਵੀ ਇਹਨੇ ਪਿਆਰਾਂ ਨਾਲ ਪਾਲ ਕੇ ਤੇ ਫਿਰ ਕਹਿੰਦਾ ਉਹਨੂੰ ਹੁਣ ਲੈ ਕੇ ਗਏ ਵੀ ਉਹਨਾਂ ਨੇ ਬੜੀ ਮਾੜੀ ਗੱਲ ਕੀਤੀ ਹੈ। ਪਰ ਜੋ ਕੋਰਟ ਦਾ ਫੈਸਲਾ ਆਇਆ, ਉਹ ਕੋਰਟ ਦਾ ਫੈਸਲਾ ਤੁਹਾਨੂੰ ਸਹੀ ਨਹੀਂ ਲੱਗਦਾ ਜੀ? ਸਾਨੂੰ ਸਹੀ ਨਹੀਂ ਲੱਗਦਾ ਇਹ ਕੋਰਟ ਦਾ ਫੈਸਲਾ। ਨਹੀਂ, ਸਾਨੂੰ ਇਹ ਬਹੁਤ ਗਲਤ ਲੱਗਦਾ ਵੀ ਉਸ ਬੱਚੀ ਨਾਲ ਨਾ ਧੋਖਾ ਹੋਇਆ। ਹਾਂ, ਵੀ ਇਹਨਾਂ ਨਾਲ ਵੀ ਧੋਖਾ ਹੋਇਆ ਜਿਨ੍ਹਾਂ ਨੇ ਪਾਲੀ ਆ, ਤੇ ਉਹ ਬੱਚੀ ਨਾਲ ਵੀ ਧੋਖਾ ਹੋਇਆ। ਵੀ ਉਹ ਬੱਚੀ ਉੱਥੇ ਰਹਿਣਾ ਨਹੀਂ ਚਾਹੁੰਦੀ ਹੈ, ਇੱਥੇ ਹੀ ਰਹਿਣਾ ਚਾਹੁੰਦੀ। ਉਹਨਾਂ ਨੇ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਪਾਈ ਆ, ਬੱਚੀ ਕਹਿ ਰਹੀ ਹੈ ਮੈਂ ਖੁਸ਼ ਹਾਂ ਉੱਥੇ ਬਾਪ ਕੋਲੇ, ਆਪਦੇ ਕੋਲ। ਝੂਠ ਬੋਲ ਕੇ ਕਹਿੰਦੇ ਆ ਜੀ ਉਹ। ਨਹੀਂ ਕਹਿ ਸਕਦੀ ਬੱਚੀ ਐਵੇਂ। ਅਸੀਂ ਦੇਖਦੇ ਤੇ ਬੱਚੀ ਨੂੰ ਇੱਥੇ ਗੁਆਂਢ ਰਹਿੰਦੇ ਹੋ, ਇਹਨਾਂ ਦੇ ਘਰ ਗੁਆਂਢ ਤੁਹਾਡਾ? ਇਹ ਦੇਖੋ, ਸਾਡਾ ਇਹ ਘਰ ਪਿੱਛੇ ਰਹਿ ਗਿਆ ਜੀ। ਹਾਂਜੀ। ਸਹੀ ਮੈਨਾਂ 'ਚ ਕੀ ਹੋਣਾ ਚਾਹੀਦਾ? ਬੱਚੀ ਉੱਥੇ ਰਹਿਣੀ ਚਾਹੀਦੀ ਕਿ ਇੱਥੇ ਰਹਿਣੀ ਚਾਹੀਦੀ? ਇੱਥੇ ਰਹਿਣੀ ਚਾਹੀਦੀ ਹੈ ਬੱਚੀ। ਸਾਨੂੰ ਤਾਂ ਵੀ ਇਹ ਹੈ ਵੀ ਜੇ ਬੱਚੀ ਇੱਥੇ ਆ ਜਾਏ ਨਾ ਵੀ ਬਹੁਤ ਖੁਸ਼ੀ ਹੈ, ਟੱਬਰ ਵੀ ਹੋਵੇਗਾ ਤੇ ਅਸੀਂ ਆਂਢੀ ਗੁਆਂਢੀ ਵੀ ਖੁਸ਼ ਹੋਵਾਂਗੇ। ਹਾਂਜੀ, ਬਿਲਕੁਲ ਜੀ। ਤਾਂ ਦਰਸ਼ਕੋ, ਇਹ ਆਂਢੀ ਗੁਆਂਢ ਰਹਿਣ ਵਾਲੇ ਨਜ਼ਦੀਕੀ ਲੋਕ ਨੇ ਜਿਹੜੇ ਕਹਿ ਰਹੇ ਨੇ ਕਿ ਬੱਚੀ ਇੱਥੇ ਖੁਸ਼ ਸੀ, ਬੱਚੀ ਦੀ ਵਧੀਆ ਸਾਂਭ ਸੰਭਾਲ ਹੋ ਰਹੀ ਸੀ, ਚੰਗੀ ਪਰਵਰਿਸ਼ ਹੋ ਰਹੀ ਸੀ। ਇਹ ਕਹਿ ਰਿਹਾ ਕਿ ਜੋ ਕੋਰਟ ਨੇ ਫੈਸਲਾ ਸੁਣਾਇਆ, ਗਲਤ ਫੈਸਲਾ ਸੁਣਾਇਆ ਔਰ ਬੱਚੀ ਇੱਥੇ ਰਹਿਣੀ ਚਾਹੀਦੀ ਹੈ, ਕਿਉਂਕਿ ਜਿਹੜੇ ਮਾਂ-ਬਾਪ ਨੇ ਬੱਚੀ ਦੀ ਸਾਂਭ ਸੰਭਾਲ ਕੀਤੀ ਆ, ਦੇਖ ਰੇਖ ਕੀਤੀ ਆ, ਉਹਨੂੰ ਪਾਲਿਆ ਪਲੋਸਿਆ, ਪੜ੍ਹਾ ਲਿਖਾ ਵੀ ਰਹੇ ਸੀ। ਬੱਚੀ ਨੂੰ 9 ਮਹੀਨੇ ਤੋਂ 9 ਸਾਲ ਦੀ ਕੀਤਾ। ਇਹ ਕਹਿ ਰਿਹਾ ਕਿ ਕੋਰਟ ਨੇ ਫੈਸਲਾ ਬਿਲਕੁਲ ਗਲਤ ਸੁਣਾਇਆ। ਬੱਚੀ ਉੱਥੇ ਖੁਸ਼ ਨਹੀਂ ਆ, ਬੱਚੀ ਇੱਥੇ ਰਹਿ ਕੇ ਖੁਸ਼ ਆ। ਅਸੀਂ ਉਸ ਬੱਚੀ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਔਰ ਉਸ ਬਾਪ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਆਖਰ ਉਸ ਨੇ 9 ਮਹੀਨੇ ਤੋਂ 9 ਸਾਲ ਤੱਕ ਰਹੀ ਬੱਚੀ ਨੂੰ ਇਹਨਾਂ ਮਾਪਿਆਂ ਤੋਂ ਕਿਉਂ ਤੋੜਿਆ, ਕਿਉਂ ਵਿਛੋੜਾ ਪਾਇਆ ਇਹਨਾਂ ਬੱਚਿਆਂ ਦਾ ਤੇ ਬਾਪ ਦਾ। ਉਹ ਬੱਚੀ ਦੇ ਕੀ ਹਾਲਾਤ ਹੋਣਗੇ, ਕੀ ਉਸ ਦੇ ਮਨ ਤੇ ਬੀਤਦੀ ਹੋਵੇਗੀ, ਰੋਂਦੀ ਕਰਲਾਉਂਦੀ ਉਹ ਬੱਚੀ ਇੱਥੋਂ ਜਾਂਦੀ ਹੈ। ਆਪਾਂ ਸਾਰਿਆਂ ਨੇ ਉਹ ਵੀਡੀਓ ਦੇਖੀ ਹੈ, ਤੁਹਾਨੂੰ ਇਸ ਤੋਂ ਪਹਿਲਾਂ ਉਹ ਵੀਡੀਓ ਦਿਖਾਈ ਵੀ ਹੈ। ਆਖਰ ਇਹ ਮਾਂ-ਬਾਪ ਤੜਫਦਾ ਹੈ, ਉਹ ਕਹਿੰਦੇ ਆ ਕਿ ਬੱਚੀ ਸਾਡੇ ਕੋਲ ਆਉਣੀ ਚਾਹੀਦੀ ਹੈ। ਬੱਚੀ ਦੇ ਕੀ ਹਾਲਾਤ ਨੇ, ਆਪਾਂ ਉੱਥੇ ਚੱਲਦੇ ਹਾਂ ਸਨਾਮ ਔਰ ਬੱਚੀ ਨਾਲ, ਬੱਚੀ ਦੇ ਬਾਪ ਨਾਲ ਕਰਦੇ ਹਾਂ ਗੱਲਬਾਤ। ਤਾਂ ਦਰਸ਼ਕੋ, ਅਸੀਂ ਸਨਾਮ ਦੇ ਵਿੱਚ ਮੌਜੂਦ ਹਾਂ, ਸੰਤ ਅਤਰ ਸਿੰਘ ਨਗਰ ਦੇ ਵਿੱਚ ਮੌਜੂਦ ਹਾਂ, ਜਿਸ ਬੱਚੀ ਨੂੰ ਇੱਥੇ ਲੈ ਕੇ ਆਂਦਾ ਗਿਆ। ਬੱਚੀ ਦਾ ਬਾਪ ਉਸ ਨੂੰ ਆਪਣੀ ਡਿਊਟੀ ਦੌਰਾਨ ਜਲੰਧਰ ਡਿਊਟੀ ਕਰਦਾ, ਉੱਥੇ ਬੱਚੀ ਨੂੰ ਲੈ ਕੇ ਗਿਆ। ਪਰਿਵਾਰ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਪਰਿਵਾਰ ਕਹਿ ਰਿਹਾ ਕਿ ਬੱਚੀ ਔਰ ਉਸਦੇ ਬਾਪ ਤੋਂ ਬਿਨਾਂ ਅਸੀਂ ਗੱਲਬਾਤ ਨਹੀਂ ਕਰਾਂਗੇ। ਉਹ ਕਹਿੰਦੇ ਜਲਦ ਤੁਹਾਡੇ ਟੀਵੀ ਚੈਨਲ ਤੇ ਬੱਚੀ ਨਾਲ ਗੱਲਬਾਤ ਕਰਵਾਵਾਂਗੇ। ਪਰ ਮੁਹੱਲਾ ਵਾਸੀ ਸਾਡੇ ਨਾਲ ਨੇ, ਇਹ ਕੀ ਕਹਿੰਦੇ ਇਹਨਾਂ ਨਾਲ ਗੱਲਬਾਤ ਕਰਦੇ ਆ। ਮਾਤਾ ਜੀ, ਅਵਨੀਤ ਕੌਰ ਬੱਚੀ ਨੂੰ ਇੱਥੇ ਲੈ ਕੇ ਆਂਦਾ ਗਿਆ, ਦੂਜੇ ਪਾਸੇ ਜੋ ਜਲਾਲਪੁਰ ਪਰਿਵਾਰ ਹੈ ਉਹਨਾਂ ਦਾ ਰੋ ਬੁਰਾ ਹਾਲ ਹੈ। ਉਹ ਕਹਿੰਦੇ ਬੱਚੀ ਨੂੰ ਸਾਡੇ ਤੋਂ ਤੋੜ ਕੇ ਲੈ ਗਏ। ਕੀ ਲੱਗਦਾ ਬੱਚੀ ਇੱਥੇ ਖੁਸ਼ ਹੈ ਕਿ ਉੱਥੇ ਖੁਸ਼ ਸੀ? ਸਾਨੂੰ ਤਾਂ ਬਾਈ ਦੇਖੋ ਇੱਥੇ ਖੁਸ਼ ਲੱਗਦੀ ਆ। ਹੁਣ ਉੱਥੋਂ ਵਾਲਾ ਤਾਂ ਅਸੀਂ ਦੇਖਿਆ ਨਹੀਂ ਮਾਹੌਲ, ਇੱਥੇ ਸਾਨੂੰ ਪੂਰੀ ਖੁਸ਼ ਲੱਗ ਰਹੀ ਹੈ। ਬੱਚੀ ਆਪਦੇ ਘਰੇ ਤਾਂ ਖੇਡਦੀ ਹੈ, ਆਪਦੇ ਘਰੇ ਹੱਸਦੀ ਖੇਡਦੀ ਵਧੀਆ, ਖੁਸ਼ ਬਹੁਤ ਆ।
ਤੁਹਾਨੂੰ ਲੱਗਦਾ ਜੋ ਅਦਾਲਤ ਨੇ ਫੈਸਲਾ ਕੀਤਾ ਸਹੀ ਕੀਤਾ ਕਿ ਗਲਤ ਕੀਤਾ? ਲੱਗਦਾ ਭਾਈ ਜਿਨ੍ਹਾਂ ਦਾ ਬੱਚਾ ਉਹਨਾਂ ਨੂੰ ਮਿਲ ਗਿਆ ਜਿਹਨਾਂ ਦਾ ਸਾਡੇ ਬੱਚਾ ਲਈ ਸਾਨੂੰ ਤਾਂ ਇਹੀ ਤੜਫਦੇ ਠੀਕ ਲੱਗਦਾ। ਇਹ ਤਾਂ ਬਹੁਤ ਤੜਫਦੇ ਸੀ ਵਿਚਾਰੇ। ਜੀ ਠੀਕ ਹੈ। ਤੜਫਦੇ ਸੀ ਆਂਟੀ, ਕੁਝ ਗੱਲ ਕਹਿ ਰਹੇ, ਕੀ ਕਹਿ ਰਹੇ ਸੀ ਤੁਸੀਂ? ਵੀ ਇਹ ਤੜਫਦੇ ਸੀ ਸਾਡੀ ਬੱਚੀ ਮਿਲਣੀ ਚਾਹੀਦੀ ਹੈ। ਹਾਂ ਤੇ ਉਹ ਜੋਰਾ ਜਬਰੀ ਕਰਦੇ ਸੀ ਨਾ ਵੀ ਜਾਣ ਵਾਸਤੇ ਲੈ ਕੇ ਵੀ ਗਏ। ਚਲੋ ਅਦਾਲਤ ਨੇ ਵਧੀਆ ਸੁਣੀ ਬੱਚੇ ਦੀ। ਜੀ ਲੰਮਾ ਸਮਾਂ ਬੱਚੀ ਉੱਥੇ ਰਹੀ ਆ, ਬੱਚੀ ਦਾ ਮੋਹ ਸੀਗਾ ਉੱਥੇ, ਪਿਆਰ ਸੀ। ਆਂਦੀ ਜਾਂਦੀ ਸੀ ਇੱਥੇ 2-2 ਮਹੀਨੇ ਹੁਣ ਤਾਂ ਲੋਕਡਾਊਨ ਚ ਆਈ ਵੀ ਆ, ਕਾਫੀ ਦੇਰ ਰਹੀ ਆ। ਜੀ ਸਾਡੇ ਕੋਲ ਹੀ ਰਹਿੰਦੀ ਆ, ਸਾਡੇ ਬੱਚਿਆਂ ਕੋਲ ਖੇਡਦੀ ਆ, ਬੜੀ ਖੁਸ਼ ਆ ਤੇ ਆਪਣੇ ਦਾਦਾ ਨਾਲ ਖੁਸ਼, ਚਾਚੇ ਨਾਲ ਖੁਸ਼, ਵਧੀਆ ਘੁੰਮਦੀ ਫਿਰਦੀ ਆ। ਤੇ ਹੁਣ ਜਦੋਂ ਅਗਲਿਆਂ ਦੇ ਹੁਣ ਛੋਟਾ ਮੁੰਡਾ ਵਿਆਹ ਗਿਆ, ਹੁਣ ਫੜਾਣੀ ਚਾਹੀਦੀ ਹੈ ਨਾ, ਕਿਹੜਾ ਗੋਦ ਦਿੱਤੀ ਸੀ? ਗੋਦ ਨਹੀਂ ਨਾ ਦਿੱਤੀ ਸੀ। ਹਾਂ ਜਦੋਂ ਇਹਨਾਂ ਦੇ ਘਰ ਦੀ ਡੈਥ ਹੋ ਗਈ। ਕਿੰਨੇ ਟਾਈਮ ਤੋਂ ਜਿਹੜੀ ਬੱਚੀ ਉੱਥੇ ਰਹਿ ਰਹੀ ਸੀ ਤੁਹਾਨੂੰ ਜ਼ਿਆਦਾ ਪਤਾ ਹੋ, ਕਿਉਂਕਿ ਤੁਸੀਂ ਕਰੀਬ ਰਹਿੰਦੇ ਹੋ, ਨੇੜੇ ਰਹਿੰਦੇ? ਇਹ ਹੈਗੀ ਸੀ 2-2.5 ਸਾਲ ਦੀ, ਐਵੇਂ ਜੇ ਇਸ ਤਰ੍ਹਾਂ ਹੈਗੀ ਸੀ। ਜੀ ਉਹ ਪਰਿਵਾਰ ਕਹਿ ਰਿਹਾ ਕਿ ਬੱਚੀ ਜਦੋਂ ਅਸੀਂ ਲੈ ਕੇ ਗਏ ਸੀ 9 ਮਹੀਨੇ ਦੀ ਸੀ। ਨਹੀਂ ਇੰਨਾ ਤਾਂ ਨਹੀਂ ਸਾਨੂੰ ਪਤਾ ਜੀ ਨਹੀਂ। ਇੱਕ ਤੁਸੀਂ ਉਹ ਵੀਡੀਓ ਸਾਰਿਆਂ ਨੇ ਦੇਖੀ ਹੋਊਗੀ, ਅਸੀਂ ਵੀ ਦੇਖੀ ਹੈ ਜੀ। ਵੀਡੀਓ ਵਿੱਚ ਬੱਚੀ ਰੋ ਰਹੀ ਆ। ਉਹ ਜਿੱਦਣ ਇੱਥੇ ਲੈ ਕੇ ਆਏ ਆ ਕੁੜੀ ਬੜੀ ਖੁਸ਼, ਪਰ ਅਸੀਂ ਸੋਚੀਏ ਵੀ ਜਿਹੜੀ ਵੀਡੀਓ ਸੀ ਉਹ ਕਿਸ ਤਰ੍ਹਾਂ ਦੀ ਸੀ, ਵੀ ਹੁਣ ਬੱਚਾ ਕਿਵੇਂ ਆ, ਇੱਥੇ ਜੱਫੀਆਂ ਪਾਵੇ ਸਾਰਿਆਂ ਨੂੰ ਆ ਕੇ, ਵੀ ਉਹ ਡਰਾਈ ਹੋਈ ਸੀ। ਪਰ ਸਾਡੇ ਬੱਚੇ ਵੀ ਹੈਗੇ ਆ 12-12 ਸਾਲ ਦੇ, ਉਹ ਐਵੇਂ ਨਹੀਂ ਨਾ ਬੋਲਦੇ। ਉਹ 9.5 ਸਾਲ ਦੀ ਬੱਚੀ ਕਿਉਂ ਇੰਨਾ ਬੋਲਦੀ ਸੀ, ਸਿਖਾਈ ਹੋਈ ਸੀ। ਜੀ ਤੇ ਕਿਉਂ ਸਿਖਾਉਣਗੇ? ਖੁਦ ਉਹਨਾਂ ਦੇ ਬੱਚੇ ਹੈਗੇ, ਤੁਹਾਨੂੰ ਕੀ ਲੱਗਦਾ ਕਿਉਂ ਸਿਖਾਉਣਗੇ? ਬਸ ਲਾਲਚ ਵੀ ਹੋ ਜਾਂਦਾ, ਲਾਲਚ ਕਿਸ ਚੀਜ਼ ਦਾ ਲਾਲਚ ਸੀ? ਕਿਉਂਕਿ ਹੋ ਜਾਂਦਾ, ਅਗਲੇ ਨੂੰ ਲਾਲਚ ਹੋ ਜਾਂਦਾ। ਬੱਚੇ ਦੇ ਥੋੜੇ ਜਿਹੇ ਐਫਟੀਆਂ ਕਰਵਾਈਆਂ ਹੋਈਆਂ ਨੇ ਇਹਨਾਂ। ਹਾਂ ਕਿਵੇਂ ਵੀ ਲਾ ਲਓ, ਬਸ ਐਵੇਂ ਹੀ ਹੋ ਗਿਆ ਜੀ। ਪਰ ਬੱਚੀ ਉਹ ਕਹਿ ਰਹੀ ਸੀ ਕਿ ਜੋ ਅੰਕਲ ਨੇ ਫੈਸਲਾ ਕੀਤਾ, ਅਦਾਲਤ ਨੇ ਫੈਸਲਾ ਕੀਤਾ, ਗਲਤ ਕੀਤਾ, ਮੇਰੀ ਕੋਈ ਗੱਲ ਨਹੀਂ ਸੁਣੀ, ਮੈਂ ਇੱਥੇ ਰਹਿਣਾ ਚਾਹੁੰਦੀ ਹਾਂ। ਨਹੀਂ ਗੁੜੀਆ ਜਦੋਂ ਉੱਥੇ ਸੀ ਉਹਨਾਂ ਦੀ ਬੋਲਦੀ ਸੀ, ਇੱਥੇ ਆ ਤੇ ਸਾਨੂੰ ਕਹਿੰਦੀ ਆ, ਨਾਲੇ ਸਾਨੇ ਕੁਝ ਕਿਹਾ ਨਹੀਂ। ਤੇ ਇਹਨਾਂ ਨੇ ਤਾਂ ਲਿਆ ਕੇ ਇੱਥੇ ਛੱਡਤੀ, ਗਲੀ ਦੇ ਵਿੱਚ ਫਿਰੀ ਗਈ, ਘੁੰਮੀ ਗਈ, ਕੋਈ ਵੀ ਇਹੋ ਜਿਹੀ ਗੱਲ ਨਹੀਂ ਸੀ ਜੀ। ਹਾਂ ਤੇ ਇਹਨਾਂ ਦੀ ਬੱਚੀ ਆ, ਸਾਨੂੰ ਤਾਂ ਐਂ ਆ ਵੀ ਜਿਨ੍ਹਾਂ ਦੀ ਪੋਤੀ ਆ ਉਹਨਾਂ ਨੂੰ ਮਿਲਣੀ ਚਾਹੀਦੀ ਆ। ਰਿਸ਼ਤੇਦਾਰਾਂ ਦਾ ਤਾਂ ਹੱਕ ਹੀ ਨਹੀਂ ਜੀ, ਜਾਂ ਨਾਨਕਿਆਂ ਦੇ ਹੱਕ ਹੁੰਦਾ ਜੀ ਤੇ ਠੀਕ ਆ, ਜਾਂ ਵੈਸੇ ਦਾਦਕਿਆਂ ਦੇ ਹੱਕ ਹੁੰਦਾ। ਉਹ ਤਾਂ ਕੁਛ ਕਾਸੇ 'ਚ ਵੀ ਨਹੀਂ ਹੈਗੀ, ਗਾਹਾਂ ਸਾਲ ਹੀ ਹੋ ਗਈ ਇਹਨਾਂ ਦੀ। ਇਹਨਾਂ ਦੀ ਬੱਚੀ ਸੀ, ਅਸੀਂ ਇਹੀ ਧੰਨਵਾਦ ਕਰਦੇ ਹਾਂ, ਅਸੀਂ ਇਹਨਾਂ ਨੂੰ ਬੱਚੀ ਮਿਲੀ। ਹੁਣ ਬੱਚੀ ਇੱਥੇ ਆਈ ਹੋਈ ਮੁਹੱਲੇ ਦੇ ਵਿੱਚ, ਤੁਸੀਂ ਗਲੀ ਦੇ ਵਿੱਚ ਖੇਡਦੀ ਦੇਖੀ ਹੈ, ਬਾਹਰ ਆਉਂਦੀ ਹੈ? ਸਾਡੇ ਬੱਚਿਆਂ ਨਾਲ, ਹਾਂਜੀ ਸਾਡੇ ਬੱਚਿਆਂ ਨਾਲ ਘੁੰਮਦੀ ਆ। ਤੇ ਹੁਣ ਆਪਦੇ ਡੈਡੀ ਨਾਲ ਗਈ ਹੋਈ ਹੈ, ਤੇ ਪਤਾ ਨਹੀਂ ਡੈਡੀ ਹਾਂ ਉਹਦੇ ਨਾਲ ਗਈ ਹੋਈ ਆ। ਤੇ ਉਹ ਆਇਆ ਸੀ, ਉਦੋਂ ਫੈਸਲਾ ਕਰਕੇ ਗਿਆ, ਨਾਲ ਗੁੜੀਆ ਲੈ ਗਿਆ। ਹਾਂ ਬੜੀ ਖੁਸ਼ ਹੈ, ਬਹੁਤ ਖੁਸ਼ ਹੈ, ਖੇਡਦੀ ਆ, ਘਰੇ ਘੁੰਮਦੀ ਆ। ਉਹ ਭੈਣ ਜਦੋਂ ਪੁੱਛੋ, ਤੁਹਾਨੂੰ ਨਹੀਂ ਲੱਗਦਾ ਆਂਟੀ ਜੀ ਜਿਹੜਾ ਦੂਜਾ ਇੰਨਾ ਟਾਈਮ ਬੱਚਾ ਉੱਥੇ ਰਿਹਾ, ਤੇ ਜੇ ਬੱਚੇ ਦੀ ਸਾਂਭ ਸੰਭਾਲ ਉਹਨਾਂ ਨੇ ਲੰਮਾ ਸਮਾਂ ਕੀਤੀ ਆ, ਬੱਚੀ ਉਹਨਾਂ ਨੂੰ ਦੇ ਦੇਣੀ ਚਾਹੀਦੀ ਸੀ? ਬੱਚੀ ਮਤਲਬ ਦੇਣ ਦਾ ਤਾਂ ਦੇਖੋ ਕੋਈ ਹੱਕ ਬਣਦਾ ਨਹੀਂ। ਬਾਕੀ ਰਿਸ਼ਤੇਦਾਰ ਹੈਲਪ ਤਾਂ ਕਰਦੇ ਆਏ, ਜਦੋਂ ਇਹਨਾਂ ਤੇ ਟਾਈਮ ਪਿਆ ਹੋਇਆ ਸੀਗਾ ਉਹਨਾਂ ਨੇ ਹੈਲਪ ਕੀਤੀ। ਦੇਖੋ ਠੀਕ ਹੈ ਨਾ, ਹੈਲਪ ਤਾਂ ਰਿਸ਼ਤੇਦਾਰ ਹੀ ਕਰਨਗੇ ਨਾ। ਪਰ ਜਿਹਦੀ ਬੱਚੀ ਹੈ, ਬੱਚੇ ਤਾਂ ਉਹਦੇ ਕੋਲ ਹੀ ਰਹੂਗੀ ਨਾ। ਜੀ ਜੇ ਹੁਣ ਆਪਣਾ ਬੱਚਾ ਹੋਵੇ ਆਪਾਂ ਆਪਣੇ ਕੋਲ ਹੀ ਲਿਆਵਾਂਗੇ। ਜਿਹੜੀ ਤੁਹਾਡਾ ਕਹਿਣ ਦਾ ਭਾਵ ਕਿ ਅਸਲੀ ਬਾਪ ਕੋਲੇ ਬੱਚੀ ਆ ਕੇ ਖੁਸ਼ ਆ। ਭੈਣ ਜੀ ਤੁਸੀਂ ਵੀ ਇੱਥੇ ਰਹਿੰਦੇ ਹੋ ਮੁਹੱਲੇ ਦੇ ਵਿੱਚ, ਹਾਲਾਂਕਿ ਪਰਿਵਾਰ ਕੈਮਰੇ ਦੇ ਸਾਹਮਣੇ ਨਹੀਂ ਆਇਆ, ਬੱਚੀ ਵੀ ਕਹਿੰਦੇ ਇੱਥੇ ਹੈ ਨਹੀਂ, ਬੱਚੀ ਆਪਣੇ ਬਾਪ ਕੋਲੇ ਗਈ ਹੈ। ਕੀ ਲੱਗਦਾ ਹੈ ਬੱਚੀ ਇਸ ਟਾਈਮ ਇੱਥੇ ਖੁਸ਼ ਹੈ ਜਾਂ ਫਿਰ ਬੱਚੀ ਉਦਾਸ ਹੈ? ਨਹੀਂ ਬੱਚੀ ਬਹੁਤ ਖੁਸ਼ ਹੈ ਜੀ ਹਾਂਜੀ। ਜੋ ਫੈਸਲਾ ਹੋਇਆ ਉਹ ਕੀ ਲੱਗਦਾ ਤੁਹਾਨੂੰ? ਬਹੁਤ ਸਹੀ ਹੋਇਆ, ਬੱਚਾ ਘਰਦਿਆਂ ਨੂੰ ਮਿਲ ਗਿਆ, ਬਹੁਤ ਸਹੀ ਹੋਇਆ ਜੀ ਹਾਂਜੀ। ਪਰ ਉਧਰ ਦੂਜੇ ਪਾਸੇ ਜਿੱਥੇ ਬੱਚੀ ਇੰਨਾ ਲੰਮਾ ਸਮਾਂ ਰਹੀ ਆ, ਉਹ ਪਰਿਵਾਰ ਦਾ ਰੋ ਬੁਰਾ ਹਾਲ ਆ। ਅਸੀਂ ਉੱਥੋਂ ਹੁਣ ਆਏ ਆ, ਉਹ ਬਹੁਤ ਰੋ ਰਹੇ ਆ, ਬਹੁਤ ਤਰਸ ਰਹੇ ਆ, ਦੇਖਣ ਨੂੰ ਤੜਫ ਰਹੇ ਆ ਜੀ। ਨਹੀਂ ਦੇਖੋ ਇਹ ਤਾਂ ਅਸੀਂ ਕਹਿ ਨਹੀਂ ਸਕਦੇ, ਪਰ ਅਸੀਂ ਇਹੀ ਸ਼ੁਕਰ ਕਰਦੇ ਹਾਂ ਵੀ ਬੱਚਾ ਪਰਿਵਾਰ ਨੂੰ ਮਿਲ ਗਿਆ ਤੇ ਠੀਕ ਹੈ। ਇਹ ਮਜਬੂਰੀ ਸੀ ਇਹਨਾਂ ਦੀ, ਕਿਸੇ ਟਾਈਮ ਬੱਚਾ ਉਹਨਾਂ ਨੇ ਰੱਖਿਆ, ਪਾਲਿਆ, ਠੀਕ ਆ, ਪਰਮਾਤਮਾ ਦਾ ਸ਼ੁਕਰ ਹੈ ਵੀ ਬੱਚਾ ਪਲ ਗਿਆ। ਪਰ ਅੱਜ ਇਹਨਾਂ ਨੂੰ ਜ਼ਰੂਰਤ ਸੀ ਬੱਚੇ ਨੂੰ, ਬੱਚਾ ਮਿਲ ਗਿਆ ਇਹਨਾਂ ਨੂੰ। ਤੁਸੀਂ ਪਹਿਲਾਂ ਲੰਮਾ ਸਮਾਂ ਇੱਥੇ ਆਂਢ ਗੁਆਂਢ 'ਚ ਰਹਿੰਦੇ ਹੋ, ਪਰ ਕਿਸ ਤਰ੍ਹਾਂ ਉਸ ਬੱਚੀ ਬਾਰੇ ਸੁਣਦੇ ਸੀ ਕਿ ਉਸ ਬੱਚੀ ਨੂੰ ਲਿਆਉਣ ਵਾਸਤੇ ਪਰਿਵਾਰ ਕੀ ਕਰ ਰਿਹਾ? ਇਹਨਾਂ ਨੇ ਪਹਿਲਾਂ ਮੰਗ ਕੀਤੀ ਸੀ ਬੱਚੀ ਨੂੰ ਲੈ ਕੇ ਆਉਂਦੇ ਜਾਂ ਦਿੱਤੀ ਨਹੀਂ ਉਹਨਾਂ ਨੇ ਬੱਚੀ? ਬੱਚੀ ਆਂਦੀ ਸੀ ਇੱਥੇ ਛੁੱਟੀਆਂ 'ਚ, ਇੱਥੇ ਆਂਦੀ ਸੀ, ਦਿਨ ਤਿਉਹਾਰ ਕੋਈ ਫੈਮਿਲੀ ਫੰਕਸ਼ਨ ਹੁੰਦਾ ਆਂਦੀ ਸੀ ਬੱਚੀ ਇੱਥੇ। ਜੀ ਹਾਂਜੀ ਹਾਂ ਆਉਂਦੀ ਜਾਂਦੀ ਰਹਿੰਦੀ ਸੀ, ਆਂਦੀ ਜਾਂਦੀ ਰਹਿੰਦੀ ਸੀ। ਜੀ ਬਹੁਤ ਬਹੁਤ ਮਿਹਰਬਾਨੀ, ਧੰਨਵਾਦ। ਤਾਂ ਦਰਸ਼ਕੋ ਇਹ ਸੀ ਮੁਹੱਲਾ ਵਾਸੀ ਜੋ ਸੰਤ ਅਤਰ ਸਿੰਘ ਨਗਰ ਸੁਨਾਮ ਦੇ ਵਾਸੀ ਨੇ, ਜਿਸ ਨਗਰ ਦੇ ਵਿੱਚ, ਜਿਸ ਮੁਹੱਲੇ ਦੇ ਵਿੱਚ ਉਹ ਬੱਚੀ ਅਵਨੀਤ ਕੌਰ ਰਹਿ ਰਹੀ ਹੈ। ਉਸ ਦਾ ਬਾਪ ਉਸ ਨੂੰ ਲੈ ਕੇ ਜਲੰਧਰ ਗਿਆ ਹੋਇਆ, ਜਿੱਥੇ ਉਸ ਦੀ ਡਿਊਟੀ ਹੈ, ਆਰਮੀ ਦੇ ਵਿੱਚ, ਭਾਰਤੀ ਫੌਜ ਦੇ ਵਿੱਚ ਉਹ ਸੇਵਾਵਾਂ ਨਿਭਾ ਰਿਹਾ ਹੈ। ਬੱਚੀ ਦੇ ਆਂਢ ਗੁਆਂਢ ਵਾਲੇ, ਮੁਹੱਲੇ ਵਾਲੇ ਕਹਿ ਰਿਹਾ ਕਿ ਬੱਚੀ ਖੁਸ਼ ਹੈ। ਬੱਚੀ ਦੇ ਜੋ ਹੱਕ ਦਾ ਫੈਸਲਾ ਕੀਤਾ, ਪਰਿਵਾਰ ਦੇ ਹੱਕ ਦਾ ਫੈਸਲਾ ਜੋ ਅਦਾਲਤ ਨੇ ਕੀਤਾ ਹੈ, ਉਹ ਕਹਿੰਦੇ ਕਿ ਅਸੀਂ ਵੀ ਖੁਸ਼ ਹਾਂ, ਮੁਹੱਲਾ ਵਾਸੀ ਵੀ ਖੁਸ਼ ਆ, ਪਰਿਵਾਰ ਵੀ ਖੁਸ਼ ਆ, ਅਸਲੀ ਮਾਪਿਆਂ ਕੋਲ ਬੱਚੀ ਪਹੁੰਚ ਗਈ ਹੈ। ਤਾਂ ਦਰਸ਼ਕੋ ਇਹ ਸੀ ਜੋ ਅਵਨੀਤ ਕੌਰ ਬੱਚੀ, ਜਿਸ ਦਾ ਕੋਰਟ ਨੇ ਫੈਸਲਾ ਕੀਤਾ, ਜੋ ਕਿ ਪਟਿਆਲਾ ਜ਼ਿਲ੍ਹੇ ਦੇ ਪਿੰਡ ਜਲਾਲਪੁਰ ਲੰਮਾ ਸਮਾਂ ਉਹ ਬੱਚੀ ਰਹੀ।
ਉਹ ਬੱਚੀ ਦੇ ਪਾਲਣ ਪੋਸ਼ਣ ਕਰਨ ਵਾਲੇ ਮਾਂ-ਬਾਪ ਦੱਸਦੇ ਸੀ ਕਿ 9 ਮਹੀਨੇ ਤੋਂ ਲੈ ਕੇ 9 ਸਾਲ ਤੱਕ ਬੱਚੀ ਨੂੰ ਅਸੀਂ ਪਾਲਣ ਪੋਸ਼ਣ ਕੀਤਾ, ਉਸ ਨੂੰ ਸਾਂਭ ਸੰਭਾਲ ਕੀਤੀ, ਉਸ ਨੂੰ ਸਕੂਲ ਪੜ੍ਹਨੇ ਪਾਇਆ। ਪਰ ਇੱਕਦਮ ਉਸ ਦੇ ਬਾਪ ਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ, ਅਦਾਲਤ ਦੇ ਵਿੱਚ ਜਾ ਕੇ ਫੈਸਲਾ ਲਿਆ ਤੇ ਬੱਚੀ ਸਾਡੇ ਤੋਂ ਝਪਟ ਕੇ ਲੈ ਗਏ, ਬੱਚੀ ਸਾਡੇ ਤੋਂ ਖੋਹ ਕੇ ਲੈ ਗਏ। ਉਹਨਾਂ ਕਿਹਾ ਸੀ ਕਿ ਇਹ ਜੋ ਅਦਾਲਤ ਨੇ ਫੈਸਲਾ ਕੀਤਾ ਬਿਲਕੁਲ ਗਲਤ ਕੀਤਾ, ਸਾਡੇ ਨਾਲ ਬੇਇਨਸਾਫੀ ਕੀਤੀ ਆ, ਬੱਚੀ ਸਾਡੇ ਤੋਂ ਖੋਹੀ ਗਈ ਆ। ਪਰਿਵਾਰ ਤਰਸ ਰਿਹਾ ਸੀ ਬੱਚੀ ਨੂੰ ਮਿਲਣ ਲਈ, ਪਰ ਅਸੀਂ ਉਸ ਪਰਿਵਾਰ ਦਾ ਪੱਖ ਜਾਣਨ ਤੋਂ ਬਾਅਦ ਦੂਜਾ ਜੋ ਪਰਿਵਾਰ ਸੀ ਸੁਨਾਮ ਦੇ ਵਿੱਚ ਰਹਿ ਰਿਹਾ ਸੀ, ਜਿਸ ਬਾਪ ਨੇ ਆਪਣੀ ਬੇਟੀ ਨੂੰ ਸੁਨਾਮ ਸੰਤ ਅਤਰ ਸਿੰਘ ਨਗਰ ਦੇ ਵਿੱਚ ਲੈ ਕੇ ਆਂਦਾ, ਅਸੀਂ ਉਸ ਪਰਿਵਾਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਵੀਰ ਜੋ ਗੁਰਪ੍ਰੀਤ ਸਿੰਘ ਗੋਲਡੀ ਆ ਜੋ ਬੱਚੀ ਦਾ ਬਾਪ ਹੈ ਉਹ ਵੀ ਇੱਥੇ ਮੌਜੂਦ ਨਹੀਂ ਹੈ ਔਰ ਉਹ ਬੇਟੀ ਵੀ ਇੱਥੇ ਮੌਜੂਦ ਨਹੀਂ ਹੈ। ਅਮਨੀਤ ਕੌਰ ਉਹ ਜਲੰਧਰ ਗੋਲਡੀ ਦੀ ਡਿਊਟੀ ਹੈ, ਭਾਰਤੀ ਫੌਜ ਵਿੱਚ ਸੇਵਾਵਾਂ ਨਿਭਾ ਰਿਹਾ, ਬੱਚੀ ਵੀ ਉਸਦੇ ਕੋਲ ਹੈ। ਬੱਚੀ ਦਾ ਦਾਦਾ ਸਾਨੂੰ ਘਰ ਦੇ ਵਿੱਚ ਮਿਲਿਆ ਸੀ, ਪਰ ਕੈਮਰੇ ਸਾਹਮਣੇ ਉਸਨੇ ਕੋਈ ਵੀ ਪੱਖ ਰੱਖਣ ਤੋਂ ਸਾਫ਼ ਤੌਰ ਤੇ ਇਨਕਾਰ ਕਰ ਦਿੱਤਾ। ਉਹਨਾਂ ਕਿਹਾ ਕਿ ਜਲਦ ਅਸੀਂ ਬੱਚੀ ਨੂੰ ਹਮਦਰਦ ਟੀਵੀ ਰਾਹੀਂ ਲੋਕਾਂ ਦੇ ਦਰਸ਼ਕਾਂ ਦੇ ਸਨਮੁਖ ਕਰਾਂਗੇ। ਔਰ ਦੂਜੇ ਪਾਸੇ ਮੁਹੱਲਾ ਵਾਸੀ ਵੀ ਇਹ ਕਹਿ ਰਹੇ ਆ ਕਿ ਬੱਚੀ ਇਸ ਪਰਿਵਾਰ ਵਿੱਚ ਆ ਕੇ, ਇਸ ਘਰ ਵਿੱਚ ਆ ਕੇ ਖੁਸ਼ ਹੈ। ਔਰ ਉਹ ਲੋਕ ਇਹ ਵੀ ਕਹਿ ਰਹੇ ਆ, ਮੁਹੱਲਾ ਵਾਸੀ ਇਹ ਵੀ ਕਹਿ ਰਹੇ ਆ ਕਿ ਜੋ ਵੀ ਅਦਾਲਤ ਨੇ ਫੈਸਲਾ ਦਿੱਤਾ ਉਹ ਸਹੀ ਫੈਸਲਾ ਸੁਣਾਇਆ। ਸੋ ਦਰਸ਼ਕੋ ਅੱਜ ਲਈ ਬਸ ਇੰਨਾ ਹੀ। ਮੈਨੂੰ ਤੇ ਮੇਰੇ ਸਹਿਯੋਗੀ ਸਵਰਨਜੀਤ ਸਿੰਘ ਨੂੰ ਦਿਓ ਇਜਾਜ਼ਤ। ਤੁਸੀਂ ਦੇਖਦੇ ਰਹੋ ਹਮਦਰਦ ਟੀਵੀ। ਧੰਨਵਾਦ।